प्यारे साथियों, जय भीम, जय भारत, नमो दा, गुरु फतेह। अज मैं थोड़ी गलबात करने वास्ते मन बनाया है। इस प्रसंग च के कल सवेर तो महान मनुख प्रोफैसर ज्ञानी दित्त सिंह बारे चर्चा चल रही है और उस चर्चा दे विच बहुत कुछ और ये भी कहा जा सकता कि ज्यादा कुछ सही बयान किया जा रहा है, पर किते किते जिहड़ा सब कुछ ठीक लग रहा है या सही लग रहा है, उहदे पिछे एक अजीब किस्म की जाति मानसिकता पैर अड़ाई खड़ी है और इस गल नूं आम आदमी नहीं समझ सकता। ये आम आदमी दे बस की गल नहीं कि उस बरीकी नूं समझ सके। मैं हुणे हुणे गुरविंदर सिंह चंडीगढ़ नूं दोबारा फिर सुनिया, कल भी सुनिया, तो उन्हां दी गलबात जिहड़ी 4 क्लिपां च असी सब ने सुनी या जिन्नियां ने भी सुनी, उन्होंने काफ़ी स्पष्ट रूप विच उहनूं समझिया होएगा। बहुत सारे प्रश्न सन जिन्हां दा वो जवाब दे रहे सन और अज भी एक वड्डा प्रश्न जिहड़ा जिहदे ते उन्होंने चर्चा की है एक क्लिप दे विच, वो सवाल साडे वास्ते बड़ा माने रखता है और मैनूं इस गल की खुशी हुई है कि सरदार गुरविंदर सिंह चंडीगढ़ ने जिहड़ी चर्चा कल ते अज की है या कल ही की है वो चर्चा, और अज मैं उसनूं वेख सकिया, उस तो इंज महसूस हुंदा है कि साडा आदमी मानसिक तौर ते, समाजिक तौर ते, धार्मिक तौर ते बहुत गंभीर प्रश्नों ते चर्चा करने के काबिल बन रहा। भावें ये चर्चा बहुते खुले रूप च नहीं की गई और जिन्ने जरूरत सी उन्हां साथियों ने इहदे ते कोई चर्चा नहीं भी की। बेशक पढ़िया ते सुनिया सब ने है, पर जिस किस्म की चर्चा होनी चाहिए सी, जिमें बठिंडा तो साडे साथी कल्याण ते गुरप्रीत सिंह, हरप्रीत सिंह मखू, उन्हां दी रेडियो दे उत्ते गलबात हुई। रेडियो ते हुई गलबात जिहड़ी उन्हां विचकार हुई और गुरविंदर सिंह दी गलबात इक्को विषय ते घूमदियां रहियां, परंतु इहदे च एक बहुत वड्डी बरीकी वाली गल जिहड़ी सरदार गुरविंदर सिंह ने कही है वो ज्यादा महत्वपूर्ण है और उस ते मैं 2-4 मिनट थोड़े नाल गलबात करनी चाहुंदा है ताकि सानू सब नू समझ लग सके
कि ਵਿਗਾੜ ਕਿੱਥੇ ਹੈ, ਮੁਸੀਬਤ ਕਿੱਥੇ ਹੈ। ਕੱਲ ਦੀ ਸਾਰੀ ਗੱਲਬਾਤ ਜਾਂ ਜਿੰਨੀ ਗੱਲਬਾਤ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਬਾਰੇ ਕੱਲ ਹੋਈ ਹੈ ਜਾਂ ਕੁਝ ਲਿਖਿਆ ਵੀ ਗਿਆ, ਜਿਸ ਨੂੰ ਮੈਂ ਪੂਰੇ ਦਾ ਪੂਰਾ ਪੜ੍ਹਿਆ, ਇਹ ਅੱਜ ਦੇ ਪ੍ਰਸੰਗ ਵਿੱਚ ਜਿੱਥੇ ਪਹੁੰਚੀ ਹੈ, ਇਹਨੂੰ ਪਹੁੰਚਣ ਤੇ ਲਗਭਗ 35 ਸਾਲ ਲੱਗ ਗਏ। ਇਹ 84, 83, 84, 85 ਦੀ ਗੱਲ ਹੈ, ਜਦੋਂ ਮੈਂ ਅੰਬੇਡਕਰ ਧਾਰਾ ਨੂੰ ਸਮਝ ਰਿਹਾ ਸੀ, ਪੜ੍ਹ ਰਿਹਾ ਸੀ, ਔਰ ਅੰਬੇਡਕਰ ਧਾਰਾ ਦੇ ਨਾਲ ਜੁੜੀਆਂ ਜਿਹੜੀਆਂ ਤੰਦਾਂ ਸੀ ਉਹਨਾਂ ਨੂੰ ਫੋੜ ਰਿਹਾ ਸੀ। ਤਾਂ ਉਸ ਸਮੇਂ ਮੈਨੂੰ ਨਹੀਂ ਪਤਾ ਕਿ ਉਹ, ਮੈਨੂੰ ਯਾਦ ਨਹੀਂ ਹੈ ਕਿ ਕਿਸ ਆਦਮੀ ਨੇ, ਔਰ ਉਹ ਆਦਮੀ ਕੌਣ ਸੀ ਮੈਨੂੰ ਇਹ ਵੀ ਨਹੀਂ ਯਾਦ, ਗਿਆਨੀ ਦਿੱਤ ਸਿੰਘ ਦਾ ਜ਼ਿਕਰ ਕੀਤਾ। ਔਰ ਸ਼ਾਇਦ ਕੋਈ ਕਿਤਾਬ ਵੀ ਮੈਨੂੰ ਲਿਆ ਕੇ ਦਿੱਤੀ। ਔਰ ਉਸ ਜਾਣਕਾਰੀ ਤੋਂ ਬਾਅਦ ਉਹ ਜਾਣਕਾਰੀ ਕਿੰਨੀ ਸੀ, ਕਿਸ ਮਨੁੱਖ ਤੋਂ ਮੈਨੂੰ ਮਿਲੀ, ਪੁਸਤਕ ਮੇਰੇ ਕੋਲ ਕਿਵੇਂ ਆਈ, ਇਹ ਅੱਜ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਹੈ। ਪਰ ਜਿੰਨੀ ਕੁ ਜਾਣਕਾਰੀ ਮੈਂ ਉਸ ਵੇਲੇ ਲੈ ਸਕਿਆ, ਤਾਂ ਮੇਰੇ ਅੰਦਰ ਇੱਕ ਚੇਤਨਾ ਪੈਦਾ ਹੋਈ, ਜਗਿਆਸਾ ਪੈਦਾ ਹੋਈ ਕਿ ਇਸ ਮਨੁੱਖ ਬਾਰੇ ਮੈਨੂੰ ਕਾਫੀ ਕੁਝ ਸਮਝਣ ਦੀ ਲੋੜ ਹੈ, ਤਾਂ ਕਿ ਮੈਂ ਆਪਣੇ ਸਮਾਜ ਨੂੰ ਦੱਸ ਸਕਾਂ। ਔਰ ਉਸ ਸਮੇਂ ਅਗਰ ਸਹੀ ਦੇਖਿਆ ਜਾਵੇ ਤਾਂ ਇਹ ਜਿਹੜੀ ਜਲਾਹਾ ਜਾਤੀ ਹੈ, ਜਿਹਨੂੰ ਰਾਮਦਾਸ ਕੇ ਵੀ ਕਿਹਾ ਜਾਂਦਾ ਹੈ, ਜਿਹੜੇ ਆਪਣੇ ਆਪ ਨੂੰ ਰਹਿਤੀਏ ਸਿੱਖ ਵੀ ਕਹਾਉਂਦੇ ਹੈ, ਜਿਹੜੇ ਆਪਣੇ ਆਪ ਨੂੰ ਖਾਲਸਾ ਬਰਾਦਰ ਵੀ ਕਹਾਉਂਦੇ ਹੈ, ਇਹਨਾਂ ਦੇ ਚੁਗਿਰਦੇ ਦੇ ਵਿੱਚ ਗਿਆਨੀ ਜੈਲ ਸਿੰਘ ਸੀ ਨਾ, ਗਿਆਨੀ ਦਿੱਤ ਸਿੰਘ ਇਹਨਾਂ ਦੇ ਚੁਗਿਰਦੇ ਦੇ ਵਿੱਚ ਸੀ, ਉਸ ਤੋਂ ਬਾਹਰ ਨਹੀਂ ਸੀ ਉਹ। ਇਹ ਉਹ ਸਮਾਂ ਜਦੋਂ ਬਾਬਾ ਜੀਵਨ ਸਿੰਘ ਵਰਗੇ ਮਹਾਨ ਮਨੁੱਖ ਹੈ ਜਿਹੜੇ, ਉਹਨਾਂ ਦੀ ਪੂਰੀ ਜਾਣਕਾਰੀ ਸਮਾਜ ਨੂੰ ਨਹੀਂ ਸੀ। ਔਰ ਸਾਨੂੰ ਸਿੱਖ ਸਮਾਜ ਬਾਰੇ ਜਾਣੀ ਸਤਿਗੁਰੂ ਨਾਮਦੇਵ, ਕਬੀਰ, ਰਵਿਦਾਸ ਤੋਂ ਲੈ ਕੇ ਗੁਰੂ ਨਾਨਕ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਦਾ, ਔਰ ਗੁਰੂ ਗੋਬਿੰਦ ਸਿੰਘ ਤੋਂ ਅੱਗੇ ਬੰਦਾ ਸਿੰਘ ਬਹਾਦਰ ਤੱਕ ਸਾਡੀ ਜਾਣਕਾਰੀ 'ਚ ਕੋਈ 2-4% ਤੋਂ ਜ਼ਿਆਦਾ ਗੱਲਾਂ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ, ਕਿਉਂਕਿ ਅਸੀਂ ਸਕੂਲ ਕਾਲਜ 'ਚ ਪੜ੍ਹਦੇ ਰਹੇ, ਯੂਨੀਵਰਸਿਟੀ ਵਿੱਚ ਵੀ ਕਿਤੇ ਨਾ ਕਿਤੇ ਪੜ੍ਹਨ ਦਾ ਮੌਕਾ ਮਿਲਿਆ, ਪਰ ਉਸ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਨਾਂ ਜਾਂ ਇੱਕ ਇਹ ਜਿਹੜੀ ਸਰਹੰਦ ਜਿੱਤਣ ਦੀ ਕਹਾਣੀ ਹੈ, ਇਹ ਢਾਡੀਆਂ ਤੋਂ ਸੁਣਿਆ ਕਰਦੇ ਸੀ, ਹੋਰ ਕਿਤੇ ਸਾਡੇ ਕੋਲ ਨਹੀਂ ਸੀ। ਬਾਬਾ ਜੀਵਨ ਸਿੰਘ ਦਾ ਨਾਂ ਵੀ ਗਾਇਬ ਸੀ, ਔਰ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਦਾ ਨਾਂ ਵੀ ਲਗਭਗ ਗਾਇਬ ਸੀ। ਅਗਰ ਬਾਬਾ ਜੀਵਨ ਸਿੰਘ ਦਾ ਨਾਂ ਕਿਤੇ ਸੀ ਤਾਂ ਉਹ ਮਜਬੀਆਂ ਵਿੱਚ ਸੀ, ਭਾਈ ਜੈਤਾ ਦੇ ਨਾਂ ਤੇ, ਜਾਂ ਫਿਰ ਗਿਆਨੀ ਦਿੱਤ ਸਿੰਘ ਦੇ ਨਾਂ ਤੇ ਇਹ ਰਮਦਾਸੀਆਂ, ਇਹਨਾਂ ਖਾਲਸਾ ਬਰਾਦਰ ਵਾਲੇ ਜਿਹੜੇ ਰਹਿਤੀਏ ਸਿੱਖ ਸੀ, ਇਹਨਾਂ ਦੇ ਵਿੱਚ ਹੁੰਦਾ ਸੀ। ਕਿਉਂਕਿ ਮੇਰੇ ਅੰਦਰ ਇਹ ਚੀਜ਼ ਪੈਦਾ ਹੋ ਚੁੱਕੀ ਸੀ ਕਿ ਮੈਂ ਆਪਣੇ ਪੁਰਖਿਆਂ ਦੀ ਖੋਜ ਕਰਾਂ। ਤਾਂ ਇਹ ਸਾਰੇ ਜਿਹੜੇ ਪੁਰਖੇ ਮੈਂ ਜਿਨ੍ਹਾਂ ਦੀ ਗੱਲ ਕਰ ਰਿਹਾ, ਇਹਨਾਂ ਦੀ ਖੋਜ ਲਗਭਗ ਮੈਂ 83-84 ਤੋਂ ਸ਼ੁਰੂ ਕਰ ਦਿੱਤੀ। ਤਾਂ ਉਸ ਸਮੇਂ ਫਿਰ ਮੈਂ ਗਿਆਨੀ ਦਿੱਤ ਸਿੰਘ ਉਹਨਾਂ ਬਾਰੇ ਪਹਿਲੀ ਵਾਰ ਜਿਹੜਾ ਬਹੁਜਨ ਸੰਗਠਕ ਹੈ ਪੰਜਾਬੀ ਦਾ,
DS4 ਦਾ ਬੰਬ ਸੇਬ ਦਾ ਪੇਪਰ ਸੀ ਜਿਹੜਾ ਚੰਡੀਗੜ੍ਹੋਂ ਨਿਕਲਦਾ, ਜਿਹਨੂੰ ਫਤਿਹ ਜੰਗ ਸਿੰਘ ਸ਼ਾਇਦ ਉਹ ਚਲਾ ਰਹੇ ਸੀ, ਕੁਛ ਦੂਜੇ ਸਾਥੀ ਵੀ ਸੀ। ਤਾਂ ਉਹ ਸ਼ਾਇਦ ਉਹਦੇ ਵਿੱਚੋਂ ਮੇਰੇ ਉਸ ਵੇਲੇ ਦੇ ਆਰਟੀਕਲ ਕਿਤੇ ਛਪੇ ਹੋਣ। ਇਸੇ ਤਰ੍ਹਾਂ ਜਨਤਕ ਲਹਿਰ ਜਲੰਧਰ ਤੋਂ ਚੱਲਿਆ ਤਾਂ ਉਹਨਾਂ ਸਾਲਾਂ ਦੇ ਵਿੱਚ ਤਾਂ ਉਹਦੇ ਵਿੱਚ ਵੀ ਮੇਰੇ ਆਰਟੀਕਲ ਜਿਹੜੇ ਆਉਂਦੇ ਰਹੇ। ਮੈਨੂੰ ਲੱਗਦਾ ਕਿ ਮੈਂ ਆਪਣੀ ਖੋਜ ਨੂੰ ਨਾਲ ਦੀ ਨਾਲ ਇਹਨਾਂ ਪੇਪਰਾਂ ਰਾਹੀਂ ਅੱਗੇ ਪਹੁੰਚਾਉਣ ਦਾ ਯਤਨ ਕਰਦਾ ਰਿਹਾ। ਔਰ ਫਿਰ ਮੈਂ ਬਹੁਤ ਦੂਰ ਤੱਕ ਨਿਕਲ ਆਇਆ, ਬਹੁਤ ਜਾਣਕਾਰੀ ਮੇਰੇ ਸਾਹਮਣੇ ਹੋ ਗਈ, ਬਹੁਤ ਖੋਜ ਜਿਹੜੀ ਮੈਂ ਕਰ ਸਕਿਆ ਉਹ ਬਹੁਤ ਮਹੱਤਵਪੂਰਨ ਸੀ ਔਰ ਸਮਾਜ ਵਾਸਤੇ ਬਹੁਤ ਜ਼ਰੂਰੀ ਸੀ। ਬੰਦਾ ਸਿੰਘ ਬਹਾਦਰ ਤੱਕ ਵੀ ਜਿਹੜੀ ਸਾਰੀ ਸੰਤ ਗੁਰੂ ਨਾਮਦੇਵ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਤੱਕ, ਇਹ ਸਾਰੀ ਕਹਾਣੀ ਨੂੰ ਜੇ ਜ਼ਿਆਦਾ ਨਹੀਂ ਤਾਂ ਮੈਂ ਉਸ ਵੇਲੇ 80% ਤੱਕ ਸਮਝ ਚੁੱਕਿਆ ਸੀ। ਔਰ ਬਾਣੀ ਨੂੰ ਵੀ ਮੈਂ ਉਸੇ ਪ੍ਰਸੰਗ 'ਚ ਸਮਝਿਆ, ਕਿਉਂਕਿ ਉਸ ਵੇਲੇ ਮੈਂ ਬ੍ਰਾਹਮਣਵਾਦ ਦੇ ਗ੍ਰੰਥ ਪੜ੍ਹ ਰਿਹਾ ਸੀ, ਬ੍ਰਾਹਮਣ ਦੇ ਬਾਬਾ ਸਾਹਿਬ ਨੂੰ ਪੜ੍ਹ ਰਿਹਾ ਸੀ। ਤਾਂ ਇਹ ਦੋਨੇ ਬਰਾਬਰ ਪੜ੍ਹਨ ਦੇ ਕਾਰਨ ਮੈਨੂੰ ਬਾਣੀ ਦੀ ਸਮਝ ਲੱਗੀ। ਜਿਹੜੀ ਬਾਣੀ ਮੈਂ ਬਚਪਨ 'ਚੋਂ ਪੜ੍ਹਦਾ ਆਇਆ ਔਰ ਜਿਹਦਾ ਪਾਠ ਮੈਂ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ 8ਵੀਂ 9ਵੀਂ 10ਵੀਂ 'ਚ ਕਰ ਲਿਆ ਕਰਦਾ ਸੀ, ਉਹਦੀ ਸਮਝ ਆ ਕੇ ਮੈਨੂੰ 85 84 'ਚ 86 'ਚ ਜਾ ਕੇ ਲੱਗੀ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਜਦੋਂ ਅਸੀਂ ਖੋਜ 'ਚ ਨਿਕਲੇ ਤਾਂ ਸਾਨੂੰ ਆਪਣੇ ਇਤਿਹਾਸ ਬਾਰੇ, ਬਹੁਜਨ ਦੇ ਇਤਿਹਾਸ ਬਾਰੇ ਬੜੀਆਂ ਵੱਡੀਆਂ ਗੱਲਾਂ ਦਾ ਪਤਾ ਲੱਗਿਆ। ਔਰ ਉਹਨਾਂ ਦੇ ਵਿੱਚੋਂ ਵੱਡੀਆਂ ਗੱਲਾਂ ਦੇ ਵਿੱਚੋਂ ਬਾਬਾ ਜੀਵਨ ਸਿੰਘ ਦਾ ਜੀਵਨ, ਉਹਨਾਂ ਦੀ ਉੱਤਮਤਾ, ਉਹਨਾਂ ਦੀ ਜਿਹੜੀ ਸੀ, ਜਿਹੜੀ ਬਹੁਤ ਉੱਚਾ ਰੁਤਬਾ ਸੀ ਜਿਹੜਾ ਉਹਨਾਂ ਦਾ, ਉਹ। ਔਰ ਦੂਸਰੇ ਨੰਬਰ ਤੇ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਜੋ ਦੋ ਪ੍ਰੋਫੈਸਰ ਹੈ ਭਾਰਤ ਦੇ ਵਿੱਚ ਪਹਿਲੀ ਵਾਰ ਜਿਹੜੇ ਦਲਿਤ ਦੋ ਪ੍ਰੋਫੈਸਰ ਜਿਹੜੇ ਆ ਉਹ ਲਾਹੌਰ ਦੇ ਅੰਗਰੇਜ਼ੀ ਕਾਲਜ 'ਚ ਲੱਗੇ। ਇਹ ਦੋ ਮਨੁੱਖ ਹੈ। ਔਰ ਦੋਨਾਂ ਮਨੁੱਖਾਂ ਨੇ ਇੱਕ ਦੂਜੇ ਦਾ ਇੰਨਾ ਸਾਥ ਦਿੱਤਾ ਕਿ ਅਗਰ ਤੁਸੀਂ ਗਿਆਨੀ ਦਿੱਤ ਸਿੰਘ ਦੀ ਗੱਲ ਕਰਦੇ ਆ ਔਰ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਛੱਡ ਦਿੰਦੇ ਆ ਤਾਂ ਤੁਸੀਂ ਵੱਡਾ ਗੁਨਾਹ ਕਰਦੇ ਆ। ਅਗਰ ਪ੍ਰੋਫੈਸਰ ਗੁਰਮੁਖ ਸਿੰਘ ਦੀ ਗੱਲ ਕਰਦੇ ਆ, ਪ੍ਰੋਫੈਸਰ ਗਿਆਨੀ ਦਿੱਤ ਸਿੰਘ ਨੂੰ ਛੱਡ ਦਿੰਦੇ ਆ ਤਾਂ ਵੱਡਾ ਗੁਨਾਹ ਕਰਦੇ ਆ। ਇਹ ਇੱਕ ਦੂਜੇ ਤੋਂ ਬਿਨਾਂ ਪੂਰੇ ਨਹੀਂ ਹੁੰਦੇ, ਜਾਣੀ ਉਹਨਾਂ ਦੀ ਲਹਿਰ ਇੱਕ ਦੂਜੇ ਬਿਨਾਂ ਪੂਰੀ ਨਹੀਂ ਹੁੰਦੀ। ਸਿੱਖ ਲਹਿਰ ਦਾ ਜਾਣੀ ਸਿੱਖ ਸਮਾਜ ਉਸ ਵੇਲੇ ਜਦੋਂ ਇਹਨਾਂ ਦਾ ਆਗਮਨ ਹੁੰਦਾ ਦੋਨਾਂ ਮਹਾਂਪੁਰਸ਼ਾਂ ਦਾ, ਤਾਂ ਸਿੱਖਾਂ ਦੀ ਗਿਣਤੀ ਲਗਭਗ 20 ਲੱਖ ਦੇ ਕਰੀਬ ਉਸ ਵੇਲੇ ਦੀ ਦੱਸੀ ਗਈ ਹੈ। ਔਰ ਉਸ 20 ਲੱਖ ਦੀ ਗਿਣਤੀ ਵੇਲੇ ਮੁਸਲਮਾਨ ਜਿਹੜਾ ਉਹ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਸੀ, ਤੇ 2 ਨੰਬਰ ਤੇ ਸਿੱਖਾਂ ਦੀ ਆਬਾਦੀ ਸੀ ਜਿਹੜੀ ਮੁਸਲਮਾਨਾਂ ਦੇ ਮੁਕਾਬਲੇ ਬਹੁਤ ਘੱਟ ਸੀ। ਮੁਸਲਮਾਨ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਪੂਰੀ ਤਰ੍ਹਾਂ ਭਰਿਆ ਪਿਆ ਸੀ ਪੁਰਾਣੇ ਪੰਜਾਬ ਦੇ ਵਿੱਚ। ਔਰ ਸਿੱਖ ਟਾਵੇਂ ਪਿੰਡਾਂ ਦੇ ਵਿੱਚ ਨਜ਼ਰ ਆਉਂਦੇ ਸੀ। ਔਰ ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਕਰਕੇ ਜਿਹੜੇ ਸਿੱਖ ਸੀਗੇ ਉਹ ਦਲਿਤ ਪਛੜੇ ਸਿੱਖ ਸੀ, ਜੱਟ ਨਹੀਂ ਸੀ। ਜੱਟ ਸੀ ਤਾਂ ਬਹੁਤ ਘੱਟ ਸੀ। ਜੱਟ ਜਿਹੜੇ ਆ ਉਹ ਜ਼ਿਆਦਾ ਕਰਕੇ ਉਸ ਵੇਲੇ ਕੁਝ ਸਿੱਖ ਬਣ ਗਏ ਜਿਹੜੇ ਉਹਨਾਂ ਨੂੰ ਛੱਡ ਕੇ ਬਾਕੀ ਹੁੱਕੀ ਪੀਣੇ ਜਾਟ ਸੀ ਸਾਰੇ ਦੇ ਸਾਰੇ। ਇਹ ਹੁੱਕੀ ਪੀਣੇ, ਬੀੜੀ ਪੀਣੇ ਜਾਟ ਪੰਜਾਬ ਦੇ ਵਿੱਚ ਵਸਦੇ ਸੀ। ਤਾਂ ਗਿਆਨੀ ਦਿੱਤ ਸਿੰਘ ਨੇ ਜਦੋਂ
ਆਰੀਆ ਸਮਾਜੀ ਦਇਆਨੰਦ ਸਰਸਵਤੀ ਨਾਲ ਟੱਕਰਾ ਲਿਆ। ਔਰ ਜਦੋਂ ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਜਿਹੜਾ ਬ੍ਰਾਹਮਣ ਸੀ, ਉਹ ਆਰੀਆ ਸਮਾਜ ਦਾ ਪਹਿਲਾ ਪ੍ਰਧਾਨ ਪੰਜਾਬ ਦਾ ਬਣਿਆ। ਜਦੋਂ ਉਸ ਤੋਂ ਬਾਅਦ ਫਿਰ ਦੂਸਰਾ ਪ੍ਰਧਾਨ ਜਿਹੜਾ ਬਣਿਆ ਆਰੀਆ ਸਮਾਜ ਦਾ, ਉਹ ਲਾਲਾ ਲਾਜਪਤ ਰਾਏ ਸੀ। ਭਗਤ ਸਿੰਘ ਵੀ ਆਰੀਆ ਸਮਾਜੀ ਬਣ ਗਿਆ ਉਸ ਵੇਲੇ, ਜਾਣੀ ਭਗਤ ਸਿੰਘ 1925 ਤੱਕ ਆਰੀਆ ਸਮਾਜੀ ਸੀ। ਉਸ ਤੋਂ ਬਾਅਦ ਵੀ ਥੋੜੇ ਸਾਲ ਉਹ ਆਰੀਆ ਸਮਾਜੀ ਰਿਹਾ। ਤਾਂ ਇਹ ਆਰੀਆ ਸਮਾਜੀ ਜਿਹੜੇ ਆ ਕਿਉਂ ਆਏ, ਇਹ ਦਇਆਨੰਦ ਸਰਸਵਤੀ ਪੰਜਾਬ 'ਚ ਕਿਉਂ ਆਇਆ? ਦਇਆਨੰਦ ਸਰਸਵਤੀ ਨੇ ਲਗਭਗ 100 ਆਦਮੀ ਦੇ ਨਾਲ, ਜਿਹੜੇ ਬ੍ਰਾਹਮਣ ਸੀ ਔਰ ਖੱਤਰੀ ਸੀ ਔਰ ਬਣੀਏ ਸੀ, ਇਹਨਾਂ ਨੇ ਬੰਬੇ ਦੇ ਵਿੱਚ ਆਰੀਆ ਸਮਾਜ ਦੀ ਨੀਂਹ ਰੱਖੀ। ਔਰ ਇਹਨਾਂ ਨੇ 2 ਜਗ੍ਹਾ ਤੇ ਸਭ ਤੋਂ ਵੱਡਾ ਹਮਲਾ ਕੀਤਾ, ਇੱਕ ਮਹਾਰਾਸ਼ਟਰ ਤੇ ਔਰ ਇੱਕ ਪੰਜਾਬ ਤੇ। ਮਹਾਰਾਸ਼ਟਰ ਤੇ ਜੋਤੀਰਾਓ ਫੂਲੇ ਕਰਕੇ ਇਹਨਾਂ ਸਵਰਨਾਂ ਨੇ, ਆਰੀਆ ਸਮਾਜੀ ਸਵਰਨਾਂ ਨੇ ਹਮਲਾ ਕੀਤਾ। ਪੰਜਾਬ ਤੇ ਇਸ ਕਰਕੇ ਹਮਲਾ ਕੀਤਾ ਕਿਉਂਕਿ ਇੱਥੇ ਸਿੱਖ ਧਰਮ ਜਿਹੜਾ ਉਹ ਜੇ ਜਿਉਂਦਾ ਸੀ, ਸਹਿਕ ਰਿਹਾ ਸੀ। ਔਰ ਇਹਨਾਂ ਬ੍ਰਾਹਮਣਾਂ ਨੂੰ ਇਹ ਖਤਰਾ ਸੀ ਕਿ ਦੁਬਾਰਾ ਵੀ ਉੱਠ ਸਕਦਾ ਹੈ। ਔਰ ਦੂਸਰਾ, ਇਹਨਾਂ ਨੇ ਸੋਚ ਲਿਆ ਸੀ ਕਿ ਜਿਹੜਾ ਪੰਜਾਬ ਹੈ ਇਹਨੂੰ ਇੱਕ ਦਿਨ ਅਸੀਂ ਭਾਰਤ ਪਾਕਿਸਤਾਨ ਦੇ ਵਿੱਚ ਵੰਡ ਦੇਣਾ ਹੈ। ਇਹ ਗੱਲ ਬ੍ਰਾਹਮਣਾਂ ਨੂੰ ਪਤਾ ਸੀ, ਕਿਉਂਕਿ ਬੰਗਾਲ ਦੇ ਵਿੱਚੋਂ ਇਹ ਸੋਚਾਂ ਜਿਹੜੇ ਬੰਗਾਲ ਦੇ ਬ੍ਰਾਹਮਣ ਹੈ ਉਹਨਾਂ ਦੇ ਵਿੱਚੋਂ ਇਹ ਸੋਚਾਂ ਪੈਦਾ ਹੋ ਕੇ ਅੱਗੇ ਆਉਂਦੀਆਂ ਸੀ। ਜਿਹਨੇ ਬੰਗਾਲ ਦੇ ਬ੍ਰਾਹਮਣਾਂ ਨੂੰ ਨਹੀਂ ਪੜ੍ਹਿਆ, ਬੰਗਾਲ ਦੇ ਕਾਮਰੇਡਾਂ ਨੂੰ ਨਹੀਂ ਪੜ੍ਹਿਆ, ਜਾਂ ਪੂਨੇ ਦੇ ਬ੍ਰਾਹਮਣਾਂ ਨੂੰ ਨਹੀਂ ਪੜ੍ਹਿਆ, ਉਹ ਭਾਰਤ ਦੀ ਸਥਿਤੀ ਨੂੰ, ਰਾਜਨੀਤਿਕ ਉਥਲ ਪੁਥਲ ਨੂੰ ਨਹੀਂ ਸਮਝ ਸਕਦਾ। ਅਗਰ ਤੁਸੀਂ ਸਾਰੀ ਉਥਲ ਪੁਥਲ ਭਾਰਤ ਦੀ ਦੇਖਣੀ ਹੈ ਤਾਂ ਤੁਹਾਨੂੰ ਬੰਗਾਲ ਦੇ ਬ੍ਰਾਹਮਣ ਔਰ ਪੂਨੇ ਦੇ ਬ੍ਰਾਹਮਣ ਜਿਹੜੇ, ਇਹਨਾਂ ਨੂੰ ਪੜ੍ਹਨਾ, ਇਹਨਾਂ ਨੂੰ ਸਮਝਣਾ ਔਰ ਇਹਨਾਂ ਦੀ ਹਰ ਹਰਕਤ ਨੂੰ ਨੋਟ ਕਰਨਾ ਇਹ ਜ਼ਰੂਰੀ ਹੋਏਗਾ। ਵਰਨਾ ਤੁਸੀਂ ਭਾਰਤ ਦੀ ਰਾਜਨੀਤਿਕ ਉਥਲ ਪੁਥਲ ਨੂੰ ਨਹੀਂ ਸਮਝ ਸਕਦੇ, ਨਾ ਧਾਰਮਿਕ ਉਥਲ ਪੁਥਲ ਨੂੰ ਸਮਝ ਸਕਦੇ ਆ, ਔਰ ਨਾ ਤੁਸੀਂ ਜੋਤੀਰਾਓ ਫੂਲੇ ਦੀ ਕ੍ਰਾਂਤੀ ਨੂੰ ਸਮਝ ਸਕਦੇ ਆ, ਔਰ ਨਾ ਜਿਹੜੀ ਸਿੱਖ ਕ੍ਰਾਂਤੀ ਹੋਈ ਗਿਆਨੀ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਰਾਹੀਂ, ਜੋ ਦੋਨੇ ਪ੍ਰੋਫੈਸਰ ਸੀ ਲਾਹੌਰ ਕਾਲਜ ਦੇ ਵਿੱਚ ਅੰਗਰੇਜ਼ੀ ਦੇ, ਤਾਂ ਉਹਨਾਂ ਨੂੰ ਵੀ ਤੁਸੀਂ ਨਹੀਂ ਸਮਝ ਸਕਦੇ। ਇਹ ਆਰੀਆ ਸਮਾਜੀ ਗੁਜਰਾਤ ਦਾ ਬ੍ਰਾਹਮਣ ਦਇਆਨੰਦ ਸਰਸਵਤੀ, ਜਿਹਦਾ ਅਸਲੀ ਨਾਂ ਹੈ ਜਿਹੜਾ ਉਹ ਸ਼ਾਇਦ ਸ਼ੰਕਰ ਹੈ, ਦਇਆਨੰਦ ਨਹੀਂ ਹੈ ਇਹਦਾ ਨਾਂ। ਇਸ ਬ੍ਰਾਹਮਣ ਦਾ ਨਾਂ ਸ਼ੰਕਰ ਦੇ ਨਾਲ ਲੱਗਦਾ ਹੈ, ਦਇਆਨੰਦ ਦਾ ਅਸਲੀ ਨਾਂ ਨਹੀਂ ਹੈ। ਇਹਨੇ ਨਾਂ ਬਦਲਿਆ, ਫਿਰ ਇਹ ਸਵਾਮੀ ਬਣਿਆ। ਫਿਰ ਇਹਨਾਂ ਨੇ ਬੰਬੇ 'ਚ ਮੀਟਿੰਗ ਕੀਤੀ, ਬੰਬੇ ਦੇ ਵਿੱਚ ਆਰੀਆ ਸਮਾਜ ਦੀ ਨੀਂਹ ਰੱਖੀ, ਔਰ ਫਿਰ ਇਹਨਾਂ ਨੇ ਮਹਾਰਾਸ਼ਟਰ ਤੇ ਜਿਹੜਾ ਜੋਤੀਰਾਓ ਫੂਲੇ ਦੀ ਕ੍ਰਾਂਤੀ ਹੈ ਉਹਦੇ ਖਿਲਾਫ ਇੱਕ, ਕਿਉਂਕਿ ਜੋਤੀਰਾਓ ਫੂਲੇ ਨੇ ਵੇਦਾਂ ਦੇ ਉੱਤੇ ਸਿੱਧਾ ਹਮਲਾ ਕੀਤਾ, ਵੇਦਾਂ ਤੇ ਔਰ ਆਰੀਆਂ ਤੇ। ਇਸ ਕਰਕੇ ਆਰੀਆ ਤੇ ਵੇਦ ਦੋਨੇ ਸ਼ਬਦ ਆ ਜਿਹੜੇ ਇਹਦਾ ਮੂਲ ਆਧਾਰ ਬਣੇ ਆਰੀਆ ਸਮਾਜ ਦਾ। ਤੁਸੀਂ ਬ੍ਰਾਹਮਣ ਨੂੰ ਨਹੀਂ ਪੜ੍ਹਦੇ ਤਾਂ ਤੁਸੀਂ ਸਾਰੀ ਚੀਜ਼ ਨੂੰ ਨਹੀਂ ਸਮਝ ਸਕਦੇ। ਤੁਸੀਂ ਰਾਮ ਘਚੋਲੇ 'ਚ ਪਏ ਰਹੋਗੇ, ਔਰ ਦੂਜਿਆਂ ਨੂੰ ਵੀ ਤੁਸੀਂ ਆਪਣੇ ਰਾਮ ਘਚੋਲੇ ਨਾਲ ਸਮਝੋ ਵੀ ਇੱਕ ਤਰ੍ਹਾਂ ਉਹਨਾਂ ਨੂੰ ਗੁੰਮਰਾਹ ਨਹੀਂ ਕਰਦੇ, ਤਾਂ ਇਹਦਾ ਮਤਲਬ ਅਣਜਾਣ ਬਣਾਈ ਰੱਖੋਗੇ। ਅਗਰ ਗੁੰਮਰਾਹ ਵੀ ਨਹੀਂ ਕਰਦੇ ਤਾਂ ਅਣਜਾਣ ਬਣਾਈ ਰੱਖੋਗੇ। ਗੁੰਮਰਾਹ ਕਰਨ ਦਾ ਮਤਲਬ ਹੁੰਦਾ ਜਾਣ ਬੁੱਝ ਕੇ ਕਰਨਾ। ਅਣਜਾਣ ਹੋਣ ਦਾ ਮਤਲਬ ਹੈ ਕਿ ਨਾ ਤੁਹਾਨੂੰ ਪਤਾ ਹੈ ਔਰ ਨਾ ਤੁਹਾਨੂੰ ਸੁਣਨ ਵਾਲੇ ਨੂੰ ਪਤਾ ਹੈ। ਤਾਂ ਤੁਸੀਂ ਜਿਹੜੀ ਕੱਚੀ ਕਹਾਣੀ ਆ ਉਹ ਸਾਰੀ ਇੱਕ ਦੂਜੇ ਦੇ ਦਿਮਾਗ 'ਚ ਪਾਉਂਦੇ ਰਹੋਗੇ। ਇਹਨੂੰ ਗੁੰਮਰਾਹ ਕਰਨਾ ਨਹੀਂ ਕਹਿੰਦੇ, ਇਹ ਆਪਣੇ ਆਪ ਹੀ ਗੁੰਮਰਾਹ ਹੁੰਦਾ ਰਹਿੰਦਾ ਆਦਮੀ ਦੇ ਨਾਲ। ਤਾਂ ਪੰਜਾਬ ਦੇ ਵਿੱਚ ਜਦੋਂ ਇਹ 1973 ਦੇ ਕਰੀਬ 75 ਦੇ ਕਰੀਬ ਜਦੋਂ ਇਹ ਆਰੀਆ ਸਮਾਜੀ ਦਇਆਨੰਦ ਸਰਸਵਤੀ ਜਿਹੜਾ ਸ਼ੰਕਰ ਨਾਂ ਦਾ ਬ੍ਰਾਹਮਣ ਹੈ,
ਗੁਜਰਾਤ ਦਾ, ਗਾਂਧੀ ਦੇ ਗੁਜਰਾਤ ਦਾ, ਤਾਂ ਉਹ ਇੱਥੇ ਜਦੋਂ ਆਉਂਦਾ ਹੈ ਤਾਂ ਉਹਦਾ ਟਕਰਾਅ ਜਿਹੜਾ ਉਹ ਪਹਿਲੇ ਹੱਲੇ ਸਿੱਖਾਂ ਨਾਲ ਕਿਉਂ ਹੁੰਦਾ ਹੈ? ਜਾਣੀ ਇਹਦਾ ਮਤਲਬ ਹੈ ਕਿ ਉਹਨੇ ਆਉਂਦਿਆਂ ਪਹਿਲਾਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਤੇ ਹਮਲਾ ਕੀਤਾ। ਫਿਰ ਉਹਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਇਹ ਵੇਦਾਂ ਦਾ ਇੱਕ ਤਰ੍ਹਾਂ ਦੁਬਾਰਾ ਲਿਖਿਆ ਗਿਆ ਇੱਕ ਰੂਪ ਹੈ। ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਬਹੁਤ ਬੋਲੀਆਂ। ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਗਲਤ ਬੋਲਿਆ, ਗੁਰੂ ਨਾਨਕ ਬਾਰੇ ਬਹੁਤ ਗਲਤ ਬੋਲਿਆ। ਤਾਂ ਉਹਦਾ ਮੁਕਾਬਲਾ ਕਰਨ ਵਾਸਤੇ ਕੋਈ ਦੂਸਰੀ ਜਾਤੀ ਦਾ ਆਦਮੀ, ਸਿੱਖ ਹੈ ਜਿਹੜਾ, ਉਹ ਸਾਹਮਣੇ ਨਹੀਂ ਆਇਆ। ਤਾਂ ਦੋ ਦਲਿਤ ਪ੍ਰੋਫੈਸਰ ਹੈ ਜਿਹੜੇ, ਉਹਨਾਂ ਨੇ ਫੜਿਆ ਉਹਨੂੰ ਔਰ ਬੁਰੀ ਤਰ੍ਹਾਂ ਘਕਾਇਆ ਉਹਨੂੰ। ਉਹ ਰਿਕਾਰਡ ਜਿਹੜਾ ਹੈਗਾ ਉਹ ਮੇਰਾ ਖਿਆਲ ਹੈ 35-40 ਪੁਸਤਕਾਂ ਹੈ ਜਿਹੜੀਆਂ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਦੀਆਂ ਲਿਖੀਆਂ ਹੋਈਆਂ, ਉਹ ਅੱਜ ਵੀ ਮੌਜੂਦ ਹੈ। ਤੁਸੀਂ ਉਹਨੂੰ ਪੜ੍ਹੋਗੇ ਤਾਂ ਤੁਹਾਨੂੰ ਸਮਝ ਲੱਗ ਜਾਏਗੀ ਕਿ ਗਿਆਨੀ ਦਿੱਤ ਸਿੰਘ ਤੇ ਜਿਹੜਾ ਆਪਣਾ ਦਇਆਨੰਦ ਸਰਸਵਤੀ ਹੈ, ਇਹਨਾਂ ਦੇ ਵਿਚਕਾਰ ਕਿਹੋ ਜਿਹਾ ਜਿਹੜਾ ਬੌਧਿਕ ਟਕਰਾਅ ਹੋਇਆ, ਧਾਰਮਿਕ ਟਕਰਾਅ ਹੋਇਆ। ਔਰ ਇਹ ਇੰਨਾ ਜ਼ਬਰਦਸਤ ਟਕਰਾਅ ਸੀ ਕਿ ਦਇਆਨੰਦ ਸਰਸਵਤੀ ਨੂੰ ਇੱਥੋਂ ਛੱਡ ਕੇ ਹਰਿਆਣੇ ਦੇ ਜਿਹੜੇ ਰੋਹਤਕ ਵਰਗੇ ਜਾਂ ਗੁੜਗਾਉਂ ਵਰਗੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਜਾਣਾ ਪਿਆ। ਜਾਣੀ ਉਹ ਪੰਜਾਬ ਨੂੰ, ਇੱਧਰਲੇ ਪੰਜਾਬ ਨੂੰ ਪੂਰੀ ਤਰ੍ਹਾਂ ਛੱਡ ਗਿਆ। ਹੁਣ ਦੂਜੀ ਕਹਾਣੀ ਜਿਹੜੀ ਆ ਉਹ ਇਹ ਹੈ ਕਿ ਪ੍ਰੋਫੈਸਰ ਗੁਰਮੁਖ ਸਿੰਘ ਔਰ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਦੋਨਾਂ ਨੂੰ ਸਿੱਖਾਂ ਨੇ ਬੁਰੀ ਤਰ੍ਹਾਂ ਜਾਣੀ ਕੁੱਤੇ ਖਾਣੀ ਕਰਕੇ ਮਾਰਿਆ। ਇਹ ਗੱਲ ਨੋਟ ਕਰਨੀ ਹੈ, ਤੁਸੀਂ ਬਹੁਤ ਧਿਆਨ ਨਾਲ ਨੋਟ ਕਰਨੀ ਹੈ ਕਿ ਇਹੀ ਸਿੱਖ ਆ ਜਿਹੜੇ ਜਿਨ੍ਹਾਂ ਨੇ ਕਦੇ ਜਨਰਲ ਡਾਇਰ ਨੂੰ ਜਾ ਕੇ ਸਰੋਪੇ ਦੇਣੇ ਆ, ਜਿਨ੍ਹਾਂ ਨੇ ਜਨਰਲ ਡਾਇਰ ਦੀ ਸਿਫਤ ਕਰਨੀ ਹੈ ਚਿੱਠੀਆਂ ਲਿਖ ਕੇ, ਤੇ ਜਿਨ੍ਹਾਂ ਨੇ ਆਪਣੇ ਘਰ 'ਚ ਉਹਨੂੰ ਪਾਰਟੀ ਦੇ ਕੇ ਪਤਾ ਨਹੀਂ ਕੀ ਕੀ ਦੇਣਾ ਹੈ, ਉਹਨਾਂ ਦੇ ਹੀ ਪਹਿਲੇ ਜਿਹੜੇ ਲੋਕ ਹੈ ਉਹਨਾਂ ਨੇ ਗਿਆਨੀ ਦਿੱਤ ਸਿੰਘ ਨੂੰ ਔਰ ਪ੍ਰੋਫੈਸਰ ਗੁਰਮੁਖ ਸਿੰਘ ਦੋਨਾਂ ਨੂੰ ਕੁੱਤੇ ਖਾਣੀ ਕਰਕੇ ਮਾਰਿਆ। ਔਰ ਉਹਨਾਂ ਲੋਕਾਂ ਨਾਲ ਕੁੱਤੇ ਖਾਣੀ ਕੀਤੀ ਜਿਨ੍ਹਾਂ ਮਨੁੱਖਾਂ ਨੇ, ਪਰਮ ਮਨੁੱਖਾਂ ਨੇ ਲਗਭਗ 18-20 ਲੱਖ ਸਿੱਖਾਂ ਨੂੰ 1 ਕਰੋੜ ਤੱਕ ਉਹਨਾਂ ਦੀ ਗਿਣਤੀ ਵਧਾਈ ਔਰ ਸਿੱਖ ਧਰਮ ਨੂੰ ਬ੍ਰਾਹਮਣਾਂ ਤੋਂ ਬਚਾਇਆ। ਉਹਨਾਂ ਨਾਲ ਇਹਨਾਂ ਸਿੱਖਾਂ ਨੇ ਰੱਜ ਕੇ ਕੁੱਤੇ ਖਾਣੀ ਕੀਤੀ। ਔਰ ਇਹ ਆਦਮੀ ਜਿਸ ਇਹਨਾਂ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ, ਜਿਵੇਂ ਬੰਦਾ ਸਿੰਘ ਬਹਾਦਰ ਦੇ ਖਿਲਾਫ ਕੀਤਾ ਹੁਕਮਨਾਮਾ ਜਾਰੀ, ਇਸੇ ਤਰ੍ਹਾਂ ਇਹਦੇ ਦੋਨਾਂ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ। ਔਰ ਇਹ ਬਿਮਾਰੀਆਂ ਨਾਲ ਤੇ ਭੁੱਖ ਨਾਲ ਦੋਨੇ ਆਦਮੀ, ਦੋਨੇ ਵਿਅਕਤੀ ਲਾਵਾਰਸ ਦੀ ਤਰ੍ਹਾਂ ਮਰੇ। ਇਹਨਾਂ ਦੀ ਕਿਸੇ ਸਿੱਖ ਨੇ ਬਾਂਹ ਨਹੀਂ ਫੜੀ। ਕੋਈ 1-2 ਸਿੱਖ ਹੋ ਸਕਦਾ ਕਿ ਭਲੇ ਆਦਮੀ ਇਹਨਾਂ ਨਾਲ ਚੱਲੇ ਹੋਣ, ਬਾਕੀ ਕਿਸੇ ਸਿੱਖ ਨੇ ਇਹਨਾਂ ਦੀ ਬਾਂਹ ਨਹੀਂ ਫੜੀ। ਔਰ ਇੱਕ ਮੁਸਲਮਾਨ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਨੂੰ ਸਾਰੀ ਉਮਰ ਮੁਫਤ ਦਵਾਈ ਦਿੰਦਾ ਰਿਹਾ, ਜਿਹਦੇ ਕਰਕੇ ਜਿੰਨਾ ਕੁ ਚਿਰ ਉਹ ਜਿਉਂ ਉਹਨਾਂ ਨੂੰ ਥੋੜਾ ਜਿਹਾ ਸਹਾਰਾ ਮਿਲਦਾ ਰਿਹਾ। ਔਰ ਜਿਸ ਬੰਦੇ ਨੇ 18 ਲੱਖ ਤੋਂ ਲੈ ਕੇ 1 ਕਰੋੜ ਤੱਕ, 18-20 ਲੱਖ ਤੋਂ 1 ਕਰੋੜ ਤੱਕ ਸਿੱਖ ਪੈਦਾ ਕੀਤੇ, ਉਸ ਬੰਦੇ ਨੂੰ ਇਹਨਾਂ ਨੇ ਕਦੇ ਬਰਾਬਰ ਵਹਾ ਕੇ ਦੇਗ ਨਹੀਂ ਦਿੱਤੀ, ਬਰਾਬਰ ਲੰਗਰ 'ਚ ਨਹੀਂ ਬੈਠਣ ਦਿੱਤਾ, ਆਪਣੇ ਬਰਾਬਰ ਨਹੀਂ ਬੈਠਣ ਦਿੱਤਾ ਇਹਨਾਂ ਨੇ ਕਦੇ ਉਹਨੂੰ। ਜਿਹੜੀ ਇਹ ਸਥਿਤੀ ਜਿਹੜੀ ਹੈ ਇੰਨੀ ਭਿਆਨਕ ਹੈ ਕਿ ਕੋਈ ਆਦਮੀ 2-4 ਗੱਲਾਂ ਕਰਕੇ ਇਸ ਦਰਦ ਨੂੰ ਬਿਆਨ ਨਹੀਂ ਕਰ ਸਕਦਾ, ਜਾਂ ਕੋਈ ਆਦਮੀ ਲਿਫਾਫੇਬਾਜ਼ੀ ਨਹੀਂ ਕਰ ਸਕਦਾ ਇਹਦੇ 'ਚ। ਜਦੋਂ ਮੈਂ ਪ੍ਰੋਫੈਸਰ ਸਾਹਿਬ ਨੂੰ ਜਦੋਂ ਪੜ੍ਹ ਰਿਹਾ ਸੀ ਤਾਂ ਮੈਂ ਉਹ ਦਰਦ ਉਸ ਦਿਨ ਤੋਂ ਮਹਿਸੂਸ ਕਰਦਾ ਤੁਰਿਆ ਆਇਆ। ਔਰ ਫਿਰ ਜਿੰਨੇ ਵੀ ਆਰਟੀਕਲ ਮੈਂ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਬਾਰੇ ਲਿਖੇ ਔਰ ਜਿਹੜੇ ਛਪੇ, ਉਹਨਾਂ ਨੇ ਸਿੱਖ ਸਮਾਜ ਦੇ ਵਿੱਚ ਕੁਝ ਲੋਕਾਂ ਨੂੰ ਜਗਾਇਆ।
ਉਸ ਤੋਂ ਪਹਿਲਾਂ ਕਦੇ ਕਿਸੇ ਦੇ ਆਰਟੀਕਲ ਨਹੀਂ ਸੀ ਛਪਦੇ। ਅਗਰ ਕਿਸੇ ਦਾ ਛਪਦਾ ਸੀ ਤਾਂ ਉਹ ਇੰਨਾ ਹੀ ਹੁੰਦਾ ਸੀ ਕਿ ਗਿਆਨੀ ਦਿੱਤ ਸਿੰਘ ਨੇ ਦਇਆਨੰਦ ਸਰਸਵਤੀ ਨੂੰ ਇੱਥੋਂ ਭਜਾਇਆ, ਇਸ ਤੋਂ ਵੱਧ ਕੁਛ ਨਹੀਂ ਸੀ ਹੁੰਦਾਗਾ, ਕਿਉਂਕਿ ਸਾਡੇ ਲੋਕਾਂ ਨੂੰ ਤਾਂ ਇੰਨੀ ਅਕਲ ਹੀ ਨਹੀਂ ਸੀ। ਤੇ ਜਿਨ੍ਹਾਂ ਨੂੰ ਸਾਡੇ ਲੋਕਾਂ ਨੂੰ ਅਕਲ ਆਈ, ਕੋਈ ਪ੍ਰੋਫੈਸਰ ਬਣਿਆ, ਕੋਈ ਪ੍ਰਿੰਸੀਪਲ ਬਣਿਆ, ਕੋਈ ਹੋਰ ਕੁਝ ਬਣਿਆ, ਉਹਨਾਂ ਲੋਕਾਂ ਨੇ ਕਦੇ ਆਪਣੇ ਲੋਕਾਂ ਬਾਰੇ ਸੋਚਿਆ ਹੀ ਨਹੀਂ। ਬਹੁਤੇ ਉਹਨਾਂ ਚੋਂ ਕਾਮਰੇਡ ਬਣ ਗਏ। ਕਾਮਰੇਡ ਬਣਦੇ ਹੀ ਉਹਨਾਂ ਨੇ ਸਮਾਜ ਨੂੰ ਛੱਡਤਾ ਆਪਣੇ। ਸਭ ਤੋਂ ਭੈੜੀ ਚੀਜ਼ ਸਾਡੇ ਨਾਲ ਕੀ ਆਈ ਕਿ ਅਸੀਂ ਕਾਮਰੇਡ ਬਣਦਿਆਂ ਹੀ ਆਪਣੇ ਸਮਾਜ ਦੇ ਪਿਛਵਾੜੇ ਤੇ ਲੱਤ ਮਾਰੀ, ਔਰ ਉਹਨਾਂ ਕਾਮਰੇਡਾਂ ਚੋਂ ਇੱਕ ਮੈਂ ਵੀ ਆ। ਮੈਂ 80 ਤੱਕ ਕਾਮਰੇਡ ਰਿਹਾ, ਔਰ 80 ਤੱਕ ਮੈਂ ਆਪਣੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਸੀ ਮੇਰਾ। ਮੈਂ ਨਹੀਂ ਸੀ ਜਾਣਦਾ ਕਿ ਮੇਰੇ ਲੋਕ ਕੀ ਹੈ, ਮੈਂ ਕਿੱਥੇ ਜਨਮਿਆ, ਮੇਰੇ ਨਾਲ ਹੋਇਆ ਕੀ ਹੈ। ਮੈਂ ਕਾਮਰੇਡੀ ਘੋਟਣ ਤੋਂ ਬਿਨਾਂ ਕੁਛ ਨਹੀਂ ਸੀ ਮੈਨੂੰ ਆਉਂਦਾਗਾ। ਤਾਂ ਮੇਰੇ ਵਰਗੇ ਹਜ਼ਾਰਾਂ ਲੋਕ ਜਿੰਨੇ ਵੀ ਅਸੀਂ ਪੜ੍ਹੇ ਕਾਲਜਾਂ ਸਕੂਲਾਂ 'ਚ, ਤਾਂ ਉਹ ਸਾਰੇ ਜਿਹੜੇ ਕੁਛ ਮਾਸਟਰ ਲੱਗੇ, ਕੁਛ ਪ੍ਰੋਫੈਸਰ ਲੱਗੇ, ਉਹ ਸਾਰੇ ਦੇ ਸਾਰੇ ਕਾਮਰੇਡਾਂ ਦੇ ਛਗੜੇ ਚੜ੍ਹ ਗਏ। ਤਾਂ ਕੌਣ ਸਮਝਾਉਂਦਾ ਸਮਾਜ ਨੂੰ? ਮੈਨੂੰ ਮੌਕਾ ਮਿਲਿਆ ਤਾਂ ਮੈਂ ਤੁਰੰਤ ਇੱਕਦਮ ਮਤਲਬ ਪੂਰੀ ਜਾਨ ਲਾ ਕੇ ਖੋਜ ਕਰਕੇ ਜਿਹੜਾ ਸਾਡੇ ਬਜ਼ੁਰਗਾਂ ਦਾ ਇਤਿਹਾਸ ਆ ਉਹਨੂੰ ਅੱਗੇ ਲਿਆਂਦਾ, ਔਰ ਉਹਦੇ ਤੇ ਆਰਟੀਕਲ ਲਿਖੇ। ਅੱਜ ਜਿੰਨੇ ਵੀ ਆਰਟੀਕਲ ਛਪਦੇ ਆ ਉਹ ਮੇਰੇ ਆਰਟੀਕਲਾਂ ਦੇ ਆਧਾਰ ਤੇ ਛਪਦੇ ਆ। ਜਿਹੜੀਆਂ ਕਹਾਣੀਆਂ ਮੈਂ ਜਾਂ ਜਿਹੜੀਆਂ ਸੱਚਾਈਆਂ ਮੈਂ ਆਪਣੇ ਆਰਟੀਕਲਾਂ ਦੇ ਵਿੱਚ ਵਾਰ-ਵਾਰ ਦਿੱਤੀਆਂ, ਵਾਰ-ਵਾਰ ਬੋਲੀਆਂ, ਉਹ ਸਾਰੀਆਂ ਅੱਜ ਇੰਨੀਆਂ ਮਕਬੂਲ ਨਾ ਕਹੋ ਉਹਨਾਂ ਨੂੰ, ਲੋਕਾਂ ਦੇ ਮੂੰਹ ਤੇ ਚੜ ਗਈਆਂ ਕਿ ਬੋਲੇ ਬਿਨਾਂ ਉਹ ਗਿਆਨੀ ਦਿੱਤ ਸਿੰਘ ਦੀ ਕਹਾਣੀ ਪੂਰੀ ਨਹੀਂ ਕਰ ਸਕਦੇ। ਹੁਣ ਜਦੋਂ ਜਾਤੀਵਾਦੀ ਸਿੱਖਾਂ ਨੇ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਦੋਨਾਂ ਮਹਾਨ ਪੁਰਸ਼ਾਂ ਨੂੰ, ਜਿਨ੍ਹਾਂ ਦੀ ਬਦੌਲਤ ਸਿੱਖ ਧਰਮ ਬਚਿਆ, ਸੁਣੋ ਅੱਜ ਧਿਆਨ ਨਾਲ ਮੇਰੀ ਗੱਲ, ਕਿ ਜਿਨ੍ਹਾਂ ਦੀ ਬਦੌਲਤ ਸਿੱਖ ਧਰਮ ਬਚਿਆ, ਨਹੀਂ ਤਾਂ ਬ੍ਰਾਹਮਣ ਰੋਲ ਕੇ ਮਾਰ ਦਿੰਦੇ ਤੁਹਾਨੂੰ। ਉਸ ਵੇਲੇ ਜਦੋਂ ਦਇਆਨੰਦ ਸਰਸਵਤੀ ਆਇਆ ਨਾ, ਤਾਂ ਤੁਹਾਡੀ ਹਾਲਤ ਜਿਹੜੀ ਹੈ ਉਹ ਐਸੀ ਕਰਦੇ, ਤੁਸੀਂ ਭੁੱਲ ਜਾਂਦੇ ਕਿ ਤੁਹਾਡਾ ਕੋਈ ਧਰਮ ਹੈ। ਉਸ ਵੇਲੇ ਉਹਨਾਂ ਨੇ ਉਹ ਧਰਮ ਦੀ ਰੱਖਿਆ ਕੀਤੀ, ਔਰ 1 ਕਰੋੜ ਦੇ ਕਰੀਬ ਸਿੱਖ ਸਮਾਜ ਪੈਦਾ ਕੀਤਾ। ਔਰ ਉਹ ਜ਼ਿਆਦਾ ਕਰਕੇ ਕਿਹਨਾਂ ਚੋਂ ਪੈਦਾ ਕੀਤਾ? ਮਜਬੀਆਂ ਚੋਂ, ਚਮਾਰਾਂ ਚੋਂ, ਜਲਾਇਆਂ ਚੋਂ, ਤਖਾਣਾ ਚੋਂ, ਛੀਂਬਿਆਂ ਚੋਂ, ਨਾਈਆਂ ਚੋਂ, ਚੌਰਾਂ ਚੋਂ। ਸਭ ਤੋਂ ਵੱਡੀ ਗਿਣਤੀ ਇਹਨਾਂ ਲੋਕਾਂ ਚੋਂ ਖੜੀ ਕੀਤੀ ਉਹਨਾਂ ਨੇ। ਹੁਣ ਸਾਡੇ ਸਾਹਮਣੇ ਪ੍ਰਸ਼ਨ ਕੀ ਹੈ? ਇੰਨੀ ਗੱਲ, ਹਾਲਾਂਕਿ ਇਹ ਗੱਲ ਜਿੰਨੀ ਮੈਂ ਕੀਤੀ ਹੈ ਬਹੁਤ ਥੋੜੀ ਹੈ, ਇਹ ਬਹੁਤ ਥੋੜੀ ਹੈ। ਗਿਆਨੀ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਦੇ ਹੱਕ ਦੇ ਵਿੱਚ ਜਾਂ ਪਰਥਾਏ ਉਹਨਾਂ ਦੇ ਅਗਰ ਲਿਖਣਾ ਹੈ ਤਾਂ ਬਹੁਤ ਕੁਝ ਲਿਖਣ ਵਾਲਾ ਪਿਆ ਹੈ। ਉਹਨਾਂ ਦੀ ਸਿਫਤਾਂ ਕਰਦਿਆਂ ਪੁਸਤਕਾਂ ਭਰ ਜਾਣਗੀਆਂ, ਇੰਨਾ ਕੁਝ ਉਹਨਾਂ ਨੇ ਕੀਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਮੈਂ ਇੱਕ ਹੋਰ ਸਾਥੀ ਨੂੰ ਹੁਣੇ ਸੁਣ ਕੇ ਹਟਿਆ ਕਿ ਉਹਦਾ ਧਿਆਨ ਇਸ ਗੱਲ ਤੇ ਹੈ ਕਿ ਗਿਆਨੀ ਜੀ ਨੇ ਜਾਂ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਨੇ ਇੰਨੀ ਕੁੱਤੇ ਖਾਣੀ ਕਰਵਾ ਕੇ ਵੀ ਗੁਰੂ ਦਾ ਧਰਮ ਨਹੀਂ ਛੱਡਿਆ। ਜਾਣੀ ਗੁਰੂ ਦਾ ਧਰਮ ਨਿਭਾਉਣਾ ਇਹ ਜੁੱਤੀਆਂ ਖਾਣ ਵਾਲਿਆਂ ਦੇ ਹਿੱਸੇ ਆ ਗਿਆ। ਗੁਰੂ ਦੇ ਧਰਮ ਨੂੰ ਬਚਾਉਣਾ ਜੁੱਤੀਆਂ ਖਾਣ ਵਾਲਿਆਂ ਦੇ ਹਿੱਸੇ ਆ ਗਿਆ। ਗੁਰੂ ਦੇ ਧਰਮ ਨੂੰ ਬਚਾਉਣ ਵਾਲਾ ਜਿਹੜਾ ਹਿੱਸਾ ਹੈ ਉਹ ਉਹਨਾਂ ਲੋਕਾਂ ਦੇ ਹੱਥ ਆ ਗਿਆ ਜਿਨ੍ਹਾਂ ਲੋਕਾਂ ਨੂੰ ਬਰਾਬਰ ਬਹਾ ਕੇ ਕੋਈ ਦੇਗ ਨਹੀਂ ਦਿੰਦਾ ਸੀ, ਜਿਨ੍ਹਾਂ ਨੂੰ ਕੋਈ ਲੰਗਰ 'ਚ ਨਹੀਂ ਸੀ ਬੈਠਣ ਦਿੰਦਾ, ਜਾਣੀ ਉਹਨਾਂ ਦੇ ਹਿੱਸੇ ਆਇਆ। ਤੇ ਧਰਮ ਦਾ ਕਬਜ਼ਾ ਕਿਹਦੇ ਕੋਲ ਹੋਇਆ? ਜਿਨ੍ਹਾਂ ਲੋਕਾਂ ਨੇ ਗੋਲਕਾਂ ਲੁੱਟ ਕੇ ਲਿਆਂਦੀਆਂ, ਸ਼ਰੇਆਮ ਲੁੱਟੀਆਂ, ਸ਼ਰੇਆਮ ਭੰਨੀਆਂ, ਸ਼ਰੇਆਮ ਅਰਬਾਂ ਰੁਪਈਆ ਜਿਹੜਾ ਉਹ ਗੁਰੂ ਘਰ ਦਾ ਖਾਧਾ। ਉਹ ਲੋਕ ਅੱਜ ਵੀ ਉਹਦੇ ਤੇ ਕਾਬਜ਼ ਹੈ। ਉਹ ਆਦਮੀ ਜਿਹੜੇ ਆ ਉਹ ਵੀ ਅਸਲੀ ਧਾਰਮਿਕ ਉਹ ਹੈ। ਜੇ ਅੱਜ ਦੇ ਸਮਾਜ ਨੂੰ ਵੇਖੀਏ ਜਾਂ ਪਿਛਲੇ 1920 ਤੋਂ ਬਾਅਦ ਦੇ ਸਮਾਜ ਨੂੰ ਵੇਖੀਏ
ਤਾਂ ਅਸਲੀ ਸਮਾਜ ਦਾ ਮਾਲਕ, ਧਰਮ ਦਾ ਮਾਲਕ ਕੌਣ ਹੈ? ਜਿਨ੍ਹਾਂ ਲੋਕਾਂ ਨੇ ਕਦੇ ਵਫਾ ਨਹੀਂ ਕੀਤੀ ਸਮਾਜ ਨਾਲ ਜਾਂ ਗੁਰੂ ਨਾਲ, ਜਿਨ੍ਹਾਂ ਨੇ ਗਦਾਰੀਆਂ ਵੀ ਕੀਤੀਆਂ, ਰੱਜ ਕੇ ਕੀਤੀਆਂ, ਜਿਹੜੇ ਦੁਸ਼ਮਣ ਨਾਲ ਰਲੇ, ਔਰ ਜਿਹੜੇ ਵੱਡੇ ਵੱਡੇ ਸਿੱਖ ਮਹਾਂਪੁਰਸ਼ ਹੋਏ ਆ, ਜਿਹੜੇ ਉਹਨਾਂ ਨੂੰ ਮਾਰਨ ਤੱਕ, ਉਹਨਾਂ ਨੂੰ, ਜਾਣੀ ਬੰਦਾ ਸਿੰਘ ਬਹਾਦਰ ਦੀ ਕਹਾਣੀ ਨੂੰ ਲਓ ਤੁਸੀਂ, ਉਹਦੀਆਂ ਵੋਟੀਆਂ ਕਰਾਉਣ 'ਚ ਜਿਨ੍ਹਾਂ ਦਾ ਹੱਥ ਸੀ, ਉਹ ਲੋਕ ਅੱਜ ਕਬਜ਼ਾ ਕਰਕੇ ਬੈਠੇ ਆ। ਔਰ ਅੱਜ ਦੇ ਸਮੇਂ 'ਚ ਹੀ ਇਹ ਕਿਹਾ ਜਾ ਰਿਹਾ ਹੈ ਕਿ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਦਿੱਤ ਸਿੰਘ ਇੱਕ ਐਸਾ ਮਹਾਂਪੁਰਸ਼ ਹੋਇਆ ਜਿਹਨੇ ਗੁਰੂ ਦਾ ਧਰਮ ਬਚਾ ਲਿਆ। ਉਹਨੇ ਇਹ ਨਹੀਂ ਸੋਚਿਆ ਕਿ ਉਹਨੂੰ ਕੋਈ ਲੰਗਰ ਦਿੰਦਾ ਹੈ, ਨਹੀਂ ਦਿੰਦਾ, ਉਹਨੂੰ ਕੋਈ ਬਰਾਬਰ ਬਾਉਂਦਾ ਹੈ, ਨਹੀਂ ਬਾਉਂਦਾ, ਉਹਨੂੰ ਕੋਈ ਦੇਗ ਦਿੰਦਾ ਹੈ, ਨਹੀਂ ਦਿੰਦਾ, ਉਹਦੇ ਨਾਲ ਕੁੱਤੇ ਖਾਣੀ ਕਰਦਾ ਹੈ, ਕੌਣ ਕਰਦਾ ਹੈ, ਇਹ ਸੋਚੇ ਬਿਨਾਂ ਉਹਨੇ ਗੁਰੂ ਦਾ ਧਰਮ ਬਚਾ ਲਿਆ। ਤਾਂ ਮੈਂ ਇਹ ਪੁੱਛਦਾ ਹਾਂ ਕਿ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਦਿੱਤ ਸਿੰਘ ਦੀ ਇਹ ਸਿਫਤ ਕਿਸ ਕਿਸਮ ਦੀ ਸਿਫਤ ਹੈ? ਇਹ ਕਿਸ ਕਿਸਮ ਦੀ ਸਿਫਤ ਹੈ? ਇੱਕ ਅਕਾਲੀ ਦਲ ਦਾ ਜਥੇਦਾਰ ਅੱਜ ਤੋਂ ਕੋਈ 8-10 ਸਾਲ ਪਹਿਲਾਂ, 10-12 ਸਾਲ ਵੀ ਹੋ ਸਕਦਾ, ਇੰਨੇ ਸਾਲ ਹੋ ਗਏ ਹੁਣ, ਤਾਂ ਉਹ ਉਦੋਂ ਸ਼ਾਇਦ ਭਾਈ ਰਣਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ, ਇਹ ਉਹਨਾਂ ਦਿਨਾਂ ਦੀ ਗੱਲ ਹੈ। ਉਹਨੇ ਮੈਨੂੰ ਕਿਹਾ ਕਿ ਤੁਹਾਨੂੰ ਅੱਜ ਗਿਆਨੀ ਦਿੱਤ ਸਿੰਘ ਵਾਲੀ ਭੂਮਿਕਾ ਨਿਭਾਉਣੀ ਪਏਗੀ, ਨਹੀਂ ਤਾਂ ਸਿੱਖੀ ਦਾ ਕੋਈ ਹਾਲ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ ਵੀ ਜਥੇਦਾਰ ਤਾਂ ਤੂੰ ਹੈ ਬਾਈ, ਤੇ ਭੂਮਿਕਾ ਮੈਂ ਨਿਭਾਵਾਂ? ਵੱਡਾ ਜਥੇਦਾਰ ਤੂੰ, ਔਰ ਸਿੱਖੀ ਨੂੰ ਬਚਾਉਣ ਦੀ ਭੂਮਿਕਾ ਮੈਂ ਨਿਭਾਵਾਂ। ਔਰ ਉਹਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਵਾਂਗੂ ਹੀ ਤੁਹਾਨੂੰ ਸਿੱਖੀ ਬਚਾਉਣੀ ਪਏਗੀ। ਮੈਂ ਕਿਹਾ ਗਿਆਨੀ ਦਿੱਤ ਸਿੰਘ ਔਰ ਮੇਰੇ 'ਚ ਬਹੁਤ ਅੰਤਰ ਹੈ, ਚਾਹੇ ਮੈਂ ਉਸੇ ਪੀੜ੍ਹੀ ਦਾ ਆਦਮੀ ਹਾਂ, ਚਾਹੇ ਮੈਂ ਵਿਰਾਸਤ ਆ ਉਹਨਾਂ ਦੀ, ਇੱਕ ਜਾਣੀ ਇੱਕ ਵਿਰਸਾ ਉਹਨਾਂ ਦਾ, ਤੁਸੀਂ ਉਹਨਾਂ ਦੇ, ਜਾਣੀ ਗਿਆਨੀ ਦਿੱਤ ਸਿੰਘ ਸਾਡੇ ਮਹਾਂਪੁਰਖ ਹੈ, ਅਸੀਂ ਉਹਨਾਂ ਦੇ ਬੱਚੇ ਹਾਂ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਚਾਹੇ ਤੁਸੀਂ ਅਨੰਦਪੁਰ ਦੇ ਦਿਓ ਸਾਨੂੰ, ਤੇ ਚਾਹੇ ਦੇ ਦਿਓ ਅੰਮ੍ਰਿਤਸਰ ਦਰਬਾਰ ਸਾਹਿਬ, ਸਾਡੇ ਕੋਲ ਸਿੱਖੀ ਲੈ ਲਿਓ, ਫਿਰ ਅਸੀਂ ਦੇ ਦਾਂਗੇ ਸਿੱਖੀ ਕਾਮਯਾਬ ਕਰਕੇ। ਅਸੀਂ ਸਿੱਖੀ ਨੂੰ 6 ਮਹੀਨਿਆਂ 'ਚ ਕਾਮਯਾਬ ਕਰ ਦਿਆਂਗੇ, ਪਰ ਦੋਨਾਂ 'ਚ ਇੱਕ ਅਨੰਦਪੁਰ ਦਾ ਚਾਰਜ ਸਾਡੇ ਕੋਲ ਹੋਏਗਾ, ਜਾਂ ਫਿਰ ਦਰਬਾਰ ਸਾਹਿਬ ਦਾ ਚਾਰਜ ਸਾਡੇ ਕੋਲ ਹੋਏਗਾ, ਦਲਿਤ ਪਛੜਿਆਂ ਕੋਲੇ। ਅਸੀਂ ਬੀਬੀ ਜਗੀਰ ਕੌਰ ਜਾਂ ਗਿਆਨੀ ਬਦਾਂਤੀ ਵਾਲੀ ਜਾਂ ਗੁਰਬਚਨ ਸਿੰਘ ਵਾਲੀ ਜਾਂ ਭਾਈ ਹਰਪ੍ਰੀਤ ਸਿੰਘ ਵਾਲੀ ਇਸ ਤਰ੍ਹਾਂ ਦੀ ਸਿੱਖੀ ਦੀ ਜਿਹੜੀ ਜਥੇਦਾਰੀ ਹੈ, ਉਹਦੇ ਵਾਸਤੇ ਤਿਆਰ ਨਹੀਂ ਆ। ਇਹ ਅੱਜ ਕਹਿ ਰਿਹਾ ਮੈਂ, ਉਹਦੇ ਵਾਸਤੇ ਨਹੀਂ ਤਿਆਰ ਸੀ ਕਿ ਗੋਲਕਾਂ ਕੋਈ ਹੋਰ ਭੰਨ ਕੇ ਲੈ ਜਾਏ ਤੇ ਜਥੇਦਾਰੀਆਂ ਇਹਨਾਂ ਦੇ ਜਿਹੜੀਆਂ ਕੋਲੇ ਰਹਿ ਜਾਣ, ਧਨ ਦੌਲਤ ਸਾਰੀ ਦੀ ਸਾਰੀ ਲੁੱਟ ਕੇ ਕੋਈ ਦੂਸਰਾ ਲੈ ਜਾਏ, ਔਰ ਜਥੇਦਾਰ ਸਾਡੇ ਬਣੇ ਰਹਿਣ, ਇਹ ਸਾਨੂੰ ਪ੍ਰਵਾਨ ਨਹੀਂ ਆ। ਔਰ ਜਿਹੜੇ ਆਦਮੀ ਇਹ ਸੋਚ ਕੇ ਚੱਲਦੇ ਆ ਕਿ ਪ੍ਰੋਫੈਸਰ ਦਿੱਤ ਸਿੰਘ ਨੇ ਬੇਇੱਜ਼ਤੀਆਂ ਕਰਾ ਕੇ, ਅਪਮਾਨ ਕਰਾ ਕੇ ਸਿੱਖੀ ਨੂੰ ਬਚਾਇਆ, ਤਾਂ ਮੈਂ ਸਮਝਦਾ ਕਿ ਉਹਨਾਂ ਨੇ ਸਿੱਖੀ ਨੂੰ ਕਾਹਦੇ ਵਾਸਤੇ ਬਚਾਇਆ। ਉਹਦੀ ਇੱਕ ਉਦਾਹਰਨ ਦਿਆਂਗਾ, ਇੱਕੋ ਹੀ ਉਦਾਹਰਨ, ਬਾਕੀ ਛੱਡੋ ਤੁਸੀਂ, ਕਿ ਬਾਬਾ ਜੀਵਨ ਸਿੰਘ ਵਰਗਾ ਜਰਨੈਲ ਗੁਰੂ ਗੋਬਿੰਦ ਸਿੰਘ ਤੋਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਕੋਈ ਉਹਦੇ ਬਰਾਬਰ ਦਾ ਜਰਨੈਲ ਪੈਦਾ ਨਹੀਂ ਹੋਇਆ ਸਿੱਖ ਧਰਮ 'ਚ। ਬਾਬਾ ਜੀਵਨ ਸਿੰਘ ਤੋਂ ਵੱਡਾ ਜਰਨੈਲ ਕੋਈ ਨਹੀਂ ਸੀ।
ਇਹ ਅਸੀਂ ਸਾਬਤ ਕਰ ਸਕਦੇ ਹਾਂ, ਔਰ ਸਾਨੂੰ ਕਹਿਣ 'ਚ ਕੋਈ ਹਰਜ ਨਹੀਂ ਕਿ ਬਾਬਾ ਜੀਵਨ ਸਿੰਘ ਤੋਂ ਵੱਡਾ ਜਰਨੈਲ ਜਾਂ ਬਾਬਾ ਬੰਦਾ ਸਿੰਘ ਬਹਾਦਰ ਸੀ ਜਾਂ ਬਾਬਾ ਜੀਵਨ ਸਿੰਘ ਸੀ। ਜਾਣੀ ਦੋ ਬਾਕੀ ਜਰਨੈਲ ਸਾਡੇ ਸਤਿਕਾਰ ਦੇ ਪਾਤਰ ਹੈ, ਪਰ ਮੈਂ ਸਿਰ ਮੁਕਾਬਲਾ ਕਰ ਰਿਹਾ ਇਸ ਗੱਲ ਦਾ ਕਿ ਉਦੋਂ ਵੱਡੀ ਜਰਨੈਲੀ ਅਸੀਂ ਨਹੀਂ ਦੇਖੀ ਕਦੇ। ਤਾਂ ਜਿਨ੍ਹਾਂ ਲੋਕਾਂ ਨੇ ਅੱਜ ਵੀ 25-30 ਲੱਖ ਸਿੱਖਾਂ ਦੀ ਗਿਣਤੀ 'ਚ ਵਾਧਾ ਕੀਤਾ ਹੋਇਆ, ਜਿਨ੍ਹਾਂ ਨੇ, ਔਰ ਜਿਨ੍ਹਾਂ ਦੇ ਵਿੱਚ ਬਾਬਾ ਜੀਵਨ ਸਿੰਘ ਪੈਦਾ ਹੋਇਆ, ਬਾਬਾ ਜੀਵਨ ਸਿੰਘ ਦਾ ਨਾਂ ਨਿਸ਼ਾਨ ਤੱਕ ਨਹੀਂ ਹੈ ਕਿਤੇ ਪੂਰੇ ਪੰਜਾਬ 'ਚ, ਇਕੱਲੇ ਮਜ਼੍ਹਬੀ ਤੇ ਦੂਸਰੇ ਲੋਕਾਂ ਤੋਂ ਬਿਨਾਂ, ਜਿਨ੍ਹਾਂ ਨੇ ਜਾਣੀ ਦੂਸਰੀਆਂ ਜਾਤੀਆਂ ਜਿਹੜੀਆਂ ਛੋਟੀਆਂ, ਉਹਨਾਂ ਤੋਂ ਬਿਨਾਂ ਬਾਬਾ ਜੀਵਨ ਸਿੰਘ ਦਾ ਨਾਂ ਲੈਣ ਵਾਲਾ ਕੋਈ ਨਹੀਂ ਹੈ। ਅਗਰ ਬਾਬਾ ਜੀਵਨ ਸਿੰਘ ਜਿੰਦਾ ਹੈ ਜਾਂ ਬਾਬਾ ਬੰਦਾ ਸਿੰਘ ਬਹਾਦਰ ਜਿੰਦਾ ਹੈ ਤਾਂ ਉਹ ਸਾਡੇ ਕਰਕੇ ਜਿੰਦਾ ਹੈ। ਔਰ ਉਹਨਾਂ ਨੂੰ ਏਡੇ ਵੱਡੇ ਮਹਾਨ ਮਨੁੱਖ ਬਣਾਉਣ 'ਚ, ਪ੍ਰੋਫੈਸਰ ਦਿੱਤ ਸਿੰਘ ਨੂੰ ਮਹਾਨ ਮਨੁੱਖ ਬਣਾਉਣ 'ਚ, ਔਰ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਮਹਾਨ ਮਨੁੱਖ ਬਣਾਉਣ ਦੇ ਵਿੱਚ ਜਿਹੜੀ ਸਾਡੀ ਦਲਿਤ ਪਛੜਿਆਂ ਦੀ ਭੂਮਿਕਾ ਹੈ, ਉਸ ਤੋਂ ਵੱਡੀ ਕਿਸੇ ਦੀ ਕੋਈ ਭੂਮਿਕਾ ਨਹੀਂ ਹੈ। ਜੇ ਬਾਬਾ ਜੀਵਨ ਸਿੰਘ ਵਰਗਾ ਜਰਨੈਲ ਇਹਨਾਂ ਦੇ ਚੇਤੇ ਨਹੀਂ ਹੈ, ਤਾਂ ਮੈਂ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਬਾਰੇ ਇੰਨੀ ਗੱਲ ਜ਼ਰੂਰ ਸੋਚਿਆ ਕਰਦਾ ਹਮੇਸ਼ਾ ਕਿ ਬਾਬਾ ਜੀ ਤੁਸੀਂ ਕਿਸ ਸਿੱਖੀ ਦੀ ਸੁਰੱਖਿਆ ਕਰਕੇ ਗਏ। ਔਰ ਇਹਦੀ ਦੂਸਰੀ ਉਦਾਹਰਨ ਜਿਹੜੀ ਵਰਤਮਾਨ ਉਦਾਹਰਨ ਹੈ ਕਿ ਦਰਬਾਰ ਸਾਹਿਬ ਦਾ ਇੱਕ ਗ੍ਰੰਥੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨੂੰ, ਜਿਹਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਹੋਇਆ, ਉਹਨੂੰ ਚੂੜਾ ਕਹਿ ਕੇ ਬੁਲਾਉਂਦਾ ਔਰ ਉਹਨੂੰ ਗਾਲਾਂ ਕੱਢਦਾ ਹੈ ਦਰਬਾਰ ਸਾਹਿਬ ਦੇ ਵਿੱਚ, ਤਾਂ ਕਿਹੜੀ ਸਿੱਖੀ ਦੀਆਂ ਗੱਲਾਂ ਕਰਦੇ ਹੋ ਤੁਸੀਂ? ਸਾਨੂੰ ਦੱਸ ਦਿਓ ਨਾ ਵੀ ਸਾਡੇ ਪੱਲੇ ਕੀ ਹੈ। ਤੇ ਜਿਹੜੇ ਇਹ ਸਮਝਦੇ ਆ ਸਾਡੇ ਬੰਦੇ ਕਿ ਸਾਡੇ ਕੋਲ ਸਿੱਖੀ ਹੈ ਤੇ ਅਸੀਂ ਗੁਰੂ ਦੇ ਸਿੱਖ ਹੈ, ਉਹਨਾਂ ਨੂੰ ਵੀ ਮੈਂ ਪੁੱਛਦਾ ਕਿ ਤੁਹਾਡੇ ਪੱਲੇ ਕੀ ਹੈ, ਇਹ ਦੱਸੋ ਜਰਾ ਪਹਿਲਾਂ। ਤੁਸੀਂ ਬਾਬਾ ਜੀਵਨ ਸਿੰਘ ਨੂੰ ਅੱਜ ਤੱਕ ਆਪਣਾ ਜਰਨੈਲ ਬਣਾ ਕੇ ਵੀ ਉਹਨੂੰ ਸਥਾਪਿਤ ਨਹੀਂ ਕਰ ਸਕੇ, ਤਾਂ ਤੁਸੀਂ ਦੱਸੋ ਤੁਹਾਡੇ ਪੱਲੇ ਵੀ ਕੀ ਹੈ। ਅਗਰ ਬਾਬਾ ਜੀਵਨ ਸਿੰਘ ਦੀ ਕਹਾਣੀ ਤੁਹਾਡੇ ਕੋਲ ਪੱਲੇ ਆਈ ਹੈ ਤਾਂ ਇਹ ਕਿਸੇ ਦੂਸਰੇ ਦੀ ਖੋਜ ਨਹੀਂ ਹੈ, ਸਾਡੀ ਖੋਜ ਹੈ। ਮੇਰੀ ਪੁਸਤਕ ਇन्हीं को सरदार बनाऊं, ਇਹਨੂੰ ਪੜ੍ਹ ਕੇ ਵੇਖੋ ਜਰਾ। ਤੁਹਾਨੂੰ ਪਤਾ ਲੱਗ ਜਾਏਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਹੈ, ਬਾਬਾ ਜੀਵਨ ਸਿੰਘ ਕੌਣ ਹੈ, ਬਾਬਾ ਵੀਰ ਸਿੰਘ ਕੌਣ ਹੈ, ਪ੍ਰੋਫੈਸਰ ਗਿਆਨੀ ਦਿੱਤ ਸਿੰਘ ਕੌਣ ਹੈ, ਤੁਹਾਨੂੰ ਪਤਾ ਲੱਗ ਜਾਏਗਾ। ਤਾਂ ਮੈਂ ਗੁਰਵਿੰਦਰ ਸਿੰਘ ਦੇ ਇਸ ਖਿਆਲ ਨਾਲ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਇੱਕਮਿਕ ਹੈ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਕੁੱਤੇ ਖਾਣੀ ਬੰਦ ਨਹੀਂ ਕੀਤੀ, ਉਹਨਾਂ ਲੋਕਾਂ ਨੂੰ ਦੁਰਕਾਰਨ ਦੀ ਬਜਾਏ ਕੋਈ ਇਹ ਕਹੇ ਕਿ ਧੰਨ ਆ ਅਸੀਂ ਜਿਨ੍ਹਾਂ ਨੇ ਸਿੱਖੀ ਬਚਾਈ, ਤਾਂ ਸਾਨੂੰ ਇਹ ਵੀ ਦੱਸ ਦਿਓ ਕਿ ਸਿੱਖੀ ਬਚਾਉਣ ਵਾਲੇ ਸਾਡੇ ਪੁਰਖੇ ਭੋਰਾ ਭੋਰਾ ਹੋ ਕੇ ਮਰ ਗਏ, ਜਲਾਲਤਾਂ ਜਹਾਲਤਾਂ ਅਪਮਾਨ ਚਲਦੇ ਚਲਦੇ ਮਰ ਗਏ, ਅੱਜ ਵੀ ਸਾਡੇ ਸਮਾਜ ਕੀ, ਸਾਡੇ ਪੱਲੇ ਕੀ ਹੈ। ਇੱਕ ਪਦਮ ਸ਼੍ਰੀ ਨੂੰ ਕੋਈ ਆਦਮੀ, ਇੱਕ ਗ੍ਰੰਥੀ ਚੂੜਾ ਕਹਿ ਕੇ ਬੁਲਾਵੇ ਗੁਰੂ ਦੇ ਦਰਬਾਰ 'ਚ, ਉਹਨੂੰ ਕਿਉਂ ਨਹੀਂ ਫੜਿਆ ਗਿਆ ਬਾਈ?
ਤੁਸੀਂ ਜਿੰਨੀ ਮਰਜ਼ੀ ਸਿਫਤ ਕਰ ਲਓ ਭਾਈ ਨਿਰਮਲ ਸਿੰਘ ਹੋਣਾ ਦੀ, ਇਹ ਇਸ ਗੱਲ ਦੇ ਬਰਾਬਰ ਨਹੀਂ ਜਾਂਦੀ ਕਿ ਤੁਸੀਂ ਉਹਨੂੰ, ਜਿਹੜੇ ਬੰਦੇ ਨੇ ਦਰਬਾਰ ਸਾਹਿਬ ਦੇ ਵਿੱਚ ਖੜ ਕੇ ਗਾਲਾਂ ਕੱਢੀਆਂ ਜਾਤ ਦਾ ਨਾਂ ਲੈ ਕੇ, ਜਦ ਤੱਕ ਤੁਸੀਂ ਉਹਨੂੰ ਨਹੀਂ ਫੜਦੇ ਤਾਂ ਇਹ ਸਾਡੇ ਬਜ਼ੁਰਗਾਂ ਦੀਆਂ ਸਿਫਤਾਂ ਸਾਡੇ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ। ਸਿਫਤਾਂ ਕਰਨ ਨੂੰ ਸਾਡੇ ਕੋਲ ਬਹੁਤ ਜਵਾਨ ਲੱਗੀ ਹੈ ਸਾਡੇ, ਅਸੀਂ ਆਪਣੇ ਮਾਂ ਬਾਪ ਦੀਆਂ ਸਿਫਤਾਂ ਕਰ ਲਾਂਗੇ, ਬਹੁਤ ਕਰ ਲਾਂਗੇ। ਹੁਣ ਇੰਨੀ ਕੁ ਅਕਲ ਤਾਂ ਸਾਨੂੰ ਆ ਗਈ ਹੈ। ਅਗਰ ਬਾਬਾ ਜੀਵਨ ਸਿੰਘ ਆ ਤਾਂ ਅਸੀਂ ਸਿਫਤ ਕਰਨ ਦੇ ਕਾਬਲ ਹਾਂ ਉਹਦੀ, ਅਗਰ ਬਾਬਾ ਬਲਦਾ ਸਿੰਘ ਬਹਾਦਰ ਆ ਤਾਂ ਅਸੀਂ ਸਿਫਤ ਕਰ ਲਾਂਗੇ ਉਹਦੀ, ਅਗਰ ਬਾਬਾ ਜੱਸਾ ਸਿੰਘ ਰਾਮਗੜੀਆ ਤਾਂ ਅਸੀਂ ਸਿਫਤ ਕਰ ਲਾਂਗੇ ਉਹਦੀ। ਇਹਦਾ ਮਤਲਬ ਇਹ ਨਹੀਂ ਹੈ ਕਿ ਦਰਬਾਰ ਸਾਹਿਬ ਦਾ ਪੂਰਾ ਬਜਟ ਜਿਹੜਾ ਪੰਜਾਬ ਸਰਕਾਰ ਤੋਂ ਵੱਡਾ ਬਜਟ ਹੈ, ਉਹ ਕਿਸੇ ਦੇ ਹੋਰ ਹੱਥ 'ਚ ਹੋ ਜਾਏ ਤੇ ਅਸੀਂ ਲੱਗੇ ਰਹੀਏ ਸਿੱਖੀ ਨੂੰ। ਬਾਬਾ ਦਿੱਤ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਦਿੱਤ ਸਿੰਘ ਵਾਂਗੂ ਆਪਣੀ ਜਾਨ ਲਾ ਕੇ ਬਚਾਉਣ ਤੇ ਲੱਗੇ ਰਹੀਏ। ਅਜੀਬ ਕਿਸਮ ਦਾ ਪ੍ਰਸ਼ਨ ਹੈ ਸਾਡੇ ਸਾਹਮਣੇ ਇਹ। ਅਸੀਂ ਆਪਣੇ ਗੁਰੂ ਨੂੰ ਵੀ ਖੋ ਲਿਆ, ਸਾਨੂੰ ਮਜਬੂਰ ਕਰਤਾ ਕਿ ਅਸੀਂ ਆਪਣੇ ਗੁਰਦੁਆਰੇ ਵੀ ਵੱਖਰੇ ਬਣਾਈਏ। ਇਹ ਅਸੀਂ ਸ਼ੌਕ ਨਾਲ ਨਹੀਂ ਬਣਾਏ ਕੋਈ ਗੁਰਦੁਆਰੇ ਕਿ ਤਖਾਣਾ ਨੇ, ਨਾਈਆਂ ਨੇ, ਛੀਂਬਿਆਂ ਨੇ, ਜਲਾਇਆ ਨੇ, ਮਜਬੀਆਂ ਨੇ, ਚਮਾਰਾਂ ਨੇ ਆਪਦੇ ਗੁਰਦੁਆਰੇ ਵੱਖਰੇ ਬਣਾ ਲਏ। ਕੋਈ ਸ਼ੌਕ ਨਹੀਂ ਹੈ ਉਹਨਾਂ ਦਾ, ਇਹ ਧੱਕੇ ਦੇ ਕੇ ਕੱਢਿਆ ਬਾਹਰ ਸਾਨੂੰ। ਅਗਰ ਅਸੀਂ ਸਰਸੇ ਵਾਲੇ, ਜਿਹੜਾ ਪਤਾ ਨਹੀਂ ਜੇਲ੍ਹ ਚੋਂ ਨਿਕਲੇਗਾ ਵੀ ਕਿ ਨਹੀਂ ਨਿਕਲੇਗਾ, ਅਗਰ ਅਸੀਂ ਉਹਦੇ ਪੈਰਾਂ ਹੇਠਾਂ ਆਪਣਾ ਜਾਣੀ ਹੱਥ ਰੱਖ ਕੇ ਉਹਨੂੰ ਚਲਾਉਂਦੇ ਰਹੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸ਼ੌਕ ਨਾਲ ਗਏ ਉਹਦੇ ਕੋਲੇ ਔਰ ਉਹ ਸਾਨੂੰ ਟਿੰਡੀਆਂ ਦਿੰਦਾ ਹੈ। ਅਸੀਂ ਗੁਰੂ ਰਾਧਾ ਸਵਾਮੀ ਇਸ ਕਰਕੇ ਨਹੀਂ ਬਣ ਗਏ ਕਿ ਸਾਨੂੰ ਉੱਥੋਂ ਟਿੰਡੀਆਂ ਮਿਲਦੀਆਂ। ਤਾਂ ਕਿਆ ਆਦਮੀ, ਅੱਜ ਮੈਂ ਦੇਖਦਾ ਕਿ ਇਹ ਜਿਹੜੇ ਈਸਾਈ ਬਣ ਰਹੇ ਸਾਡੇ ਲੋਕ, ਜਿੰਨਾ ਜਲੂਸ ਸਾਡਾ ਇਹਨਾਂ ਨੇ ਕੱਢਿਆ, ਹੁਣ ਸਾਡੀਆਂ ਕੁੜੀਆਂ ਦਾ, ਸਾਡੀਆਂ ਔਰਤਾਂ ਦਾ, ਸਾਡੇ ਮੁੰਡਿਆਂ ਦਾ ਜਿੰਨਾ ਜਲੂਸ ਇਹਨਾਂ ਨੇ ਕੱਢਿਆ, ਇਹ ਤਾਂ ਅਸੀਂ ਕਦੇ ਸੁਪਨੇ 'ਚ ਵੀ ਨਹੀਂ ਦੇਖਿਆ ਸੀ। ਕਿਉਂ ਹੋਇਆ ਇਹ ਸਭ ਕੁਝ? ਅਸੀਂ ਹਜ਼ਾਰਾਂ ਸਾਈਕਲ ਲੈ ਕੇ ਹਰ ਸਾਲ ਪਹਾੜਾਂ ਤੇ ਚੜ੍ਹ ਜਾਂਦੇ ਹਾਂ ਦੇਵੀ ਮਾਤਾ ਦੇ ਦਰਸ਼ਨ ਕਰਨ। ਕਿਉਂ ਜਾਂਦੇ ਅਸੀਂ? ਕਿਉਂਕਿ ਸਾਡਾ ਅਪਮਾਨ ਕੀਤਾ ਗਿਆ। ਇਹ ਅਪਮਾਨ ਐਡਾ ਛੋਟਾ ਨਹੀਂ ਹੈ ਕਿ ਜਿਹਨੂੰ ਕੋਈ ਮਖੌਲ ਦੀ ਘੱਗਰੀ ਸਮਝ ਲੇ। ਮੈਂ ਬਹੁਤ ਕੁਝ ਬੋਲਣਾ ਚਾਹੁੰਦਾ ਹੈ। ਮੇਰਾ ਪ੍ਰਸੰਗ ਮੇਰੇ ਪੁਰਖਿਆਂ ਦਾ ਪ੍ਰਸੰਗ ਹੈ, ਮੇਰਾ ਪ੍ਰਸੰਗ ਗੁਰੂ ਦੀ ਸਿੱਖੀ ਦਾ ਪ੍ਰਸੰਗ ਹੈ। ਪਰ ਮੈਂ ਇਹ ਜ਼ਰੂਰ ਧਿਆਨ ਰੱਖ ਰਿਹਾ ਕਿ ਜਿਹੜੇ ਮੇਰੇ ਪੁਰਖਿਆਂ ਨਾਲ ਜੋ ਕੁਝ ਹੋਇਆ, ਜੋ ਕੁੱਤੇ ਖਾਣੀ ਉਹਨਾਂ ਨਾਲ ਕੀਤੀ ਗਈ, ਉਹ ਕੋਈ ਹਟ ਨਹੀਂ ਗਈ, ਰੁਕ ਨਹੀਂ ਗਈ। ਉਹ ਅਜੇ ਤਾਂ ਕੱਲ੍ਹ ਦੀਆਂ ਬਾਤਾਂ ਹੈ। ਭਾਈ ਸਾਹਿਬ ਨਿਰਮਲ ਸਿੰਘ ਹਜੂਰੀ ਰਾਗੀ ਜੋ ਪਦਮ ਸ਼੍ਰੀ ਸੀ, ਉਹ ਅਜੇ ਤਾਂ ਕੱਲ੍ਹ ਆਪਣੀਆਂ ਗੱਲਾਂ ਬੋਲ ਕੇ ਗਏ ਆ ਇਸ ਧਰਤੀ ਤੋਂ। ਇਹ ਤਾਂ ਕੱਲ੍ਹ ਦੀ ਕਹਾਣੀ ਆ ਜੇ, ਇਹ ਤਾਂ ਬਹੁਤੇ ਦਿਨ ਨਹੀਂ ਹੋਏਗੇ, ਅਜੇ ਤਾਂ ਸਿਵੇ ਵੀ ਠੰਡੇ ਨਹੀਂ ਹੋਏ। ਔਰ ਉਹ ਕਿੰਨਾ ਹਾਲਤਾਂ ਦੇ ਵਿੱਚ ਉਹ ਆਦਮੀ ਇਸ ਧਰਤੀ 'ਚੋਂ ਗਿਆ ਹੈ, ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ। ਪਰ ਉਹਦੀ ਆਵਾਜ਼ ਔਰ ਉਹਦੀਆਂ ਗੱਲਾਂ ਸਾਨੂੰ ਦੱਸਦੀਆਂ ਕਿ ਉਹਦੇ ਨਾਲ ਕੀ ਕੁਛ ਹੋਇਆ ਹੋਏਗਾ।
ਜਿਸ ਆਦਮੀ ਨੂੰ ਪਦਮ ਸ਼੍ਰੀ ਹੁੰਦਿਆਂ ਔਰ ਪੂਰਨ ਸਿੱਖ ਹੁੰਦਿਆਂ, ਪੂਰਨ ਗੁਰਸਿੱਖ ਹੁੰਦਿਆਂ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮਹਾਨ ਰਾਗੀ ਹੁੰਦਿਆਂ ਕੋਈ ਚੂੜਾ ਕਹਿ ਕੇ ਬੁਲਾਵੇ ਔਰ ਫਿਰ ਗਾਲਾਂ ਵੀ ਕੱਢੇ, ਤਾਂ ਐਡੋ ਵੱਡਾ ਅਪਮਾਨ ਧਰਤੀ ਤੇ ਕਿੱਥੇ ਹੁੰਦਾ ਹੋਏਗਾ। ਜਾਂ ਤਾਂ ਬ੍ਰਾਹਮਣ ਦੇ ਮੰਦਿਰ 'ਚ ਹੁੰਦਾ, ਫਿਰ ਉੱਥੇ ਉਹ ਨੇੜੇ ਨਹੀਂ ਲੱਗਣ ਦਿੰਦਾ, ਉਹ ਮਾਰ ਦਿੰਦਾ ਹੈ। ਜਾਂ ਫਿਰ ਤੁਸੀਂ ਸੋਚੋ ਆਪਣੇ ਬਾਰੇ, ਸੋਚੋ ਨਾ, ਤੁਸੀਂ ਸਾਡੀ ਗੱਲ ਨਾ ਕਰੋ। ਅਸੀਂ ਤਾਂ ਅਪਮਾਨ ਝੱਲੇ ਆ, ਝੱਲਦੇ ਰਹਾਂਗੇ ਅਜੇ, ਕਿਉਂਕਿ ਜਿੰਨਾ ਚਿਰ ਅਸੀਂ ਪੂਛ ਨਹੀਂ ਛੱਡਦੇ ਕਿਸੇ ਦੀ, ਸਾਡੇ ਟੀਟਣੇ ਪੈਂਦੇ ਹੀ ਰਹਿਣਗੇ। ਸਾਡੀ ਔਕਾਤ ਜਿਹੜੀ ਹੈ ਉਹ ਛਿੱਤਰ ਖਾਣ ਦੀ ਔਕਾਤ ਆ ਸਾਡੀ। ਔਰ ਛਿੱਤਰ ਖਾ ਕੇ ਫਿਰ ਉੱਥੇ ਹੀ ਫੇਰ ਖੜ ਜਾਣ ਦੀ ਔਕਾਤ ਆ ਸਾਡੀ। ਗੈਰਤ ਨਹੀਂ ਹੈ ਸਾਡੇ ਅੰਦਰ। ਅਗਰ ਗੈਰਤ ਹੁੰਦੀ ਤਾਂ ਇੰਨੀਆਂ ਸਦੀਆਂ ਅਸੀਂ, ਮੈਂ ਇੱਕ ਆਮ ਗੱਲ ਇਹ ਕਹਿਣਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਤੋਂ ਬਾਅਦ ਜਾਂ ਗੁਰੂ ਸਾਹਿਬ ਦੇ ਹੁੰਦਿਆਂ ਔਰ ਫਿਰ 1820 ਤੱਕ, 1820 ਤੋਂ 1700 ਤੋਂ ਲੈ ਕੇ, ਜਿਹੜੀ ਗੁਰੂ ਗੋਬਿੰਦ ਸਿੰਘ 1708 ਦੇ ਵਿੱਚ ਚਲੇ ਜਾਂਦੇ ਆ ਸੰਸਾਰ ਤੋਂ, ਤਾਂ 1708 ਤੱਕ ਦੀ ਜਿਹੜੀ ਲੜਾਈ ਆ ਉਸ ਤੋਂ ਲੈ ਕੇ 1810-15 ਤੱਕ ਤੇ ਫਿਰ 1815-20 ਤੱਕ ਜਿਹੜੀ ਲਗਭਗ 100 ਸਾਲ ਜੰਗ ਚੱਲੀ, ਸਿੱਖ ਬਨਾਮ ਦੂਸਰੇ ਲੋਕ, ਉਹਦੇ 'ਚ ਘੱਟੋ ਘੱਟ 90% ਜਿਹੜੇ ਆ ਉਹ ਇਹੀ ਨਿੱਕੀਆਂ ਸੁੱਕੀਆਂ ਜਾਤਾਂ ਦੇ ਲੋਕ ਲੜੇ ਔਰ ਇਹਨਾਂ ਦੇ ਗਾਟੇ ਲਏ। ਇਹ ਜਿਹੜੇ ਗੰਜ ਬਣੇ ਆ ਨਾ, ਗੰਜ, ਲਾਹੌਰ ਗੰਜ, ਦਿੱਲੀ ਗੰਜ, ਇਹ ਸਾਡੇ ਪੁਰਖਿਆਂ ਦੇ ਸਿਰਾਂ ਦੇ, ਜਾਣੀ ਸਿਰ ਲਹੇ ਆ ਜਿਹੜੇ, ਉਹਨਾਂ ਦੇ ਢੇਰ ਪਏ ਆ ਇੱਥੇ, ਉਹਨੂੰ ਗੰਜ ਕਹਿੰਦੇ, ਜਿੱਥੇ ਢੇਰ ਲੱਗ ਜਾਂਦੇ ਆ। ਗੰਜ ਦਾ ਮਤਲਬ ਸਿਰ ਹੁੰਦਾ ਹੈ। ਤਾਂ ਇਹ ਸਾਰੀਆਂ ਗੱਲਾਂ, ਮੈਂ ਇੱਥੇ ਇੱਕ ਹੋਰ ਗੱਲ ਕਹਿ ਦਿਆਂ ਕਿ ਬੜੇ ਸਿੱਖ ਜਿਹੜੇ ਸਾਡੇ ਮਿੱਤਰ ਵੀ ਹੈ, ਉਹ ਸਭ ਤੋਂ ਮੂਹਰੇ ਆ ਕੇ ਖੜੇ ਹੋ ਜਾਣਗੇ। ਜਿਨ੍ਹਾਂ ਨੇ ਕੁੱਤੇ ਖਾਣੀ ਕੀਤੀ ਹੈ ਉਹ 99% ਪਿੱਛੇ ਖੜੇ ਹੋ ਜਾਂਦੇ ਆ, ਤੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਗਲਤ ਗੱਲ ਕਰ ਰਹੇ ਹਾਂ ਔਰ ਸਾਡੇ ਮਿੱਤਰ ਵੀ ਆ, ਉਹ ਸਾਡੇ ਮੂਹਰੇ ਆ ਕੇ ਅੜਿੱਕਾ ਬਣ ਕੇ ਖੜ ਜਾਂਦੇ ਆ, ਉਹ ਸਾਨੂੰ ਕਿਤੇ ਸਹੀ ਥਾਂ ਤੇ ਉਂਗਲ ਨਹੀਂ ਰੱਖਣ ਦਿੰਦੇ। ਕਿਉਂਕਿ ਉਹਨਾਂ ਨੂੰ ਪੀੜ ਹੁੰਦੀ ਹੈ ਇਸ ਗੱਲ ਦੀ, ਤਕਲੀਫ ਹੁੰਦੀ ਹੈ ਉਹਨਾਂ ਨੂੰ ਇਸ ਗੱਲ ਦੀ ਕਿ ਕਿਉਂ ਕਿਹਾ ਜਾਂਦਾ ਹੈ। ਇਹਦਾ ਮਤਲਬ ਹੈ ਕਿ ਭਾਈ ਨਿਰਮਲ ਸਿੰਘ ਨੂੰ ਚੂੜਾ ਵੀ ਕਿਹਾ ਜਾਵੇ, ਭਾਈ ਨਿਰਮਲ ਸਿੰਘ ਨੂੰ ਦਰਬਾਰ ਸਾਹਿਬ 'ਚ ਗਾਲਾਂ ਵੀ ਕੱਢੀਆਂ ਜਾਣ, ਤੇ ਫਿਰ ਇਹ ਵੀ ਕਿਹਾ ਜਾਵੇ ਕਿ ਬੋਲੇ ਨਾ, ਇਹ ਜ਼ਬਾਨ ਨਾ ਖੋਲੇ। ਸਾਡੇ ਵਕਤ ਸਦਾ ਮਾੜੇ ਰਹੇ ਆ। ਔਰ ਮੈਂ ਇੱਕ ਗੱਲ ਅੰਤ 'ਚ ਕਹਿ ਦਿਆਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੋਂ ਬਿਨਾਂ ਸਾਡੀ ਕੋਈ ਬਾਂਹ ਨਹੀਂ ਫੜਨ ਵਾਲਾ। ਭਾਰਤ ਦੇ ਸੰਵਿਧਾਨ ਤੋਂ ਬਿਨਾਂ ਅਸੀਂ ਇਹ ਜ਼ਿੰਦਗੀ ਦੇ ਵਿੱਚ ਜਾਨਵਰ ਹੀ ਹੁੰਦੇ ਅੱਜ ਵੀ। ਔਰ ਦੋ ਚੀਜ਼ਾਂ ਸਾਡੇ ਜੀਵਨ ਨੂੰ ਬਦਲਣ ਵਾਸਤੇ ਸਾਡੇ ਕੋਲ ਹੈ, ਇੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਔਰ ਇੱਕ ਭਾਰਤ ਦਾ ਸੰਵਿਧਾਨ, ਜਿਹਨੂੰ ਬਦਲਣ ਵਾਸਤੇ ਬ੍ਰਾਹਮਣ ਲਾਬੀ ਨੇ ਟਿੱਲ ਲਾਈ ਹੋਈ ਹੈ। ਅੱਜ ਉਹ ਸਭ ਤੋਂ ਜ਼ਿਆਦਾ ਅਗਰ ਖਤਰਾ ਮਹਿਸੂਸ ਕਰ ਰਹੇ ਆ ਜਾਂ ਜਿਹੜੀ ਚੀਜ਼ ਨੂੰ ਉਹ ਢਾਉਣਾ ਚਾਹੁੰਦੇ ਆ, ਉਹ ਭਾਰਤ ਦਾ ਸੰਵਿਧਾਨ ਹੈ।
क्योंकि उस संविधान ने सानू खड़े किया है। कोई भगवान साडे वास्ते नहीं आया, कोई देवी देवता साडे वास्ते नहीं आयागा, कोई होर कुछ नहीं कर सकिया साडे वास्ते सवाए बाबा साहब डॉक्टर अंबेडकर तो ਜਾਂ ਅਸੀਂ ਆਪਣੇ ज्योतिराव फूले और शाहू महाराज और बाबा साहब डॉक्टर अंबेडकर तीन मनुष्य ਜਿਹੜੇ ਇਹਨਾਂ ਦੇ 100 ਸਾਲ ਦੇ ਸੰਘਰਸ਼ ਦੇ ਨਤੀਜੇ ਵਜੋਂ ਅੱਜ ਅਸੀਂ ਸਮਾਜ ਦੇ ਵਿੱਚ ਬੈਠਣ ਦੇ ਕਾਬਲ ਹੋਏ ਹਾਂ, ਤੁਰਨ ਦੇ ਕਾਬਲ ਹੋਏ ਹਾਂ, ਕਿਤੇ ਕੋਈ ਆਨੰਦ ਲੈਣ ਦੇ ਕਾਬਲ ਹੋਏ ਹਾਂ। ਨਹੀਂ ਤਾਂ ਅਸੀਂ ਜਾਨਵਰ ਸੀ, ਔਰ ਜਾਨਵਰਾਂ ਨੂੰ ਵੀ ਕੋਈ ਆਦਮੀ ਆਪਣੇ ਥੜੇ ਚੜ੍ਹਨ ਦਿੰਦਾ, ਸਾਨੂੰ ਤਾਂ ਕੋਈ ਥੜੇ ਨਹੀਂ ਸੀ ਚੜ੍ਹਨ ਦਿੰਦਾ। जरा सोचो ना तुसी कि खूहां ते सानू पानी कौन दिंदा सी। सानू घड़े नूं हत्थ किसे ने किहने लाउण दित्ता। सानू आदमी किस ने समझिया। साडे गुरु घर दे विचों, साडे गुरु दे घर चों बराबर असी अपमानित होकर निकलते रहे, और उस अपमान दे विचों असी अपने अपने गुरुद्वारे बना ले। ये किहदे करके होया? अगर ब्राह्मण करदा तो सानू कोई तकलीफ नहीं। क्यों? क्योंकि दुश्मन है साडा, ब्राह्मण दुश्मन है साडा। ये बुद्धा तो लैके अज तक का सारा इतिहास गवाह है, और सिंधु घाटी की सभ्यता तो लैके अज तक का सारा इतिहास गवाह है कि ब्राह्मण ने साडे नाल हमेशा दुश्मनी की है, और वो दुश्मनी आपकी छड्डेगा भी नहीं। तो सानू उहदे नाल इस गल का इतराज भी नहीं, असीं उहनूं दुश्मन मान लिया एक कर। पर गुरु घर की साडा दुश्मन है कि गुरु साडा दुश्मन सी कि असीं लखां सिर नहीं लुआए, कि साडे गंज नहीं वड्डे गए, कि साडियां औरतां रुलियां नहीं, साडियां दादियां परदादियां नानियां रुलियां नहीं। असीं दूजियां दियां जनानियां बचाउंदे रहे, साडियां अपणियां रुल गईयां। असीं ये दावा करते हैं कि असीं दुश्मन दियां जनानियां भी बचाउंदे रहे, और दुश्मन तो जनानियां लोकां दियां छड़ा के लियाउंदे रहे। पर कदे असीं ये भी ना सोचिया कि साडियां कित्थे रुल गईयां, साडियां मावां, साडियां धीआं, साडियां बहूआं वो कित्थे रुल गईयां। उन्हां नूं किसने बचाया? कोई साड़ा रब भी नहीं आया उन्हां नूं बचाउण वास्ते, कोई देवी देवता नहीं उन्हां नूं बचाउण वास्ते आया। अगर प्रोफैसर दित सिंह मनुखी बराबरी की खातर, सन्मान की खातर खालसाई जंग लड़दा सी, तो सब तो वध कुत्ते खानी भी उसे नाल कीती गई। ते कीती किहने? सिखां ने। ते सिख की कहणगे? वो तो गंदे सिख सी। ते हुण भले मानस है, दस दिन हुण भले मानस है। ये जिहड़े गुरुद्वारे बने आ भलवानसी करके बन गए, जिहड़े डेरियां नूं लोग भज गए भलवानसी करके भज गए। रामानंद नूं गोली मारन वाले जिहड़े आ, उन्होंने गोली क्यों मारी? आ नामधारी कूके आ जिहड़े, ये नित आरतियां करते हैं, नित नचते हैं गुरु ग्रंथ साहब के सामने। जनानियां सिर खिलार के नचदियां। उदों तुसीं कित्थे हुंदे हो बई? उदों वड्डे सिंह तुसीं कित्थे हुंदे हो? सिंह सूरमे उदों कित्थे हुंदे आ? दरबार साहब दीयां गोलकां दा अरबां खरबां रुपया लोग लुट के लै गए। शरेआम तुसीं, तुहाडे अखबार भरे पे आ इन्हां गल्लां नाल, रोज दियां खबरां तुहाडीआं। ये उदों सूरमगति कित्थे हुंदी तुहाडी? वाए कित्थे हुंदे सूरमगति?
ਕਿਹੜੀ ਸੂਰਮੁਖਤੀ ਦਿਖਾਓਗੇ ਸਾਨੂੰ ਤੁਸੀਂ ਵੀ ਸਾਡੀ ਧੌਣ ਭੰਨਣ ਵਾਸਤੇ? ਬਸ ਸਾਨੂੰ ਚੂੜੇ ਕਹਿਣ ਵਾਸਤੇ? ਬਸ ਸਾਨੂੰ ਚਮਾਰ ਕਹਿ ਕੇ ਬਾਹਰ ਕੱਢਣ ਵਾਸਤੇ? ਸਾਨੂੰ ਆਪਦੇ ਗੁਰਦੁਆਰਿਆਂ 'ਚ ਵਾੜਨ ਵਾਸਤੇ ਜਾਂ ਡੇਰੇ ਦੇ ਸਾਧਾਂ ਕੋਲ ਵਾੜਨ ਵਾਸਤੇ? ਸਾਨੂੰ ਸਾਡਾ ਧਰਮ ਸਾਡੇ ਕੋਲ ਖੋਹ ਲਿਆ। ਮੰਨਦਾ ਮੈਂ ਕਿ ਸਾਡੇ ਬਜ਼ੁਰਗਾਂ ਨੇ ਵੱਡੀਆਂ ਗਲਤੀਆਂ ਕੀਤੀਆਂ। ਅਗਰ ਗਿਆਨੀ ਦਿੱਤ ਸਿੰਘ ਨੇ ਇੰਨਾ ਕੁਛ ਕੀਤਾ ਸੀ ਤਾਂ ਕਬਜ਼ਾ ਵੀ ਕਰ ਲੈਂਦੇ। ਜੇ ਉਹ ਗੁਰੂ ਦੀ ਖਾਤਰ ਲੜੇ ਸੀ ਤਾਂ ਕਬਜ਼ਾ ਵੀ ਕਰ ਲੈਂਦੇ ਨਾ। ਘੱਟੋ ਘੱਟ ਅਸੀਂ ਤਾਂ ਬਚ ਜਾਂਦੇ। ਸਾਨੂੰ ਤਾਂ ਜਿਉਣ ਦਾ ਮੌਕਾ ਮਿਲ ਜਾਂਦਾ ਚੰਗਾ, ਸਾਨੂੰ ਤਾਂ ਇੱਜ਼ਤ ਨਾਲ ਰਹਿਣ ਦਾ ਮੌਕਾ ਮਿਲ ਜਾਂਦਾ। ਜਿਹੜੇ ਲੋਕ ਬੰਦਾ ਸਿੰਘ ਬਹਾਦਰ ਨੂੰ ਛੱਡ ਕੇ ਭੱਜੇ, ਅਗਰ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਝਟਕਾ ਦਿੰਦਾ ਤਾਂ ਹਾਲਾਤ ਹੋਰ ਹੁੰਦੇ। ਔਰ ਉਹਨਾਂ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਝਟਕਾਤਾ, ਦੁਸ਼ਮਣ ਨਾਲ ਰਲ ਕੇ ਮੌਕਾ ਪੈਦਾ ਕਰਤਾ, ਕਮਜ਼ੋਰ ਕਰਤਾ। ਇੱਕ ਮਹਾਨ ਜਰਨੈਲ, ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਕਮਜ਼ੋਰ ਕਰਤਾ। ਅਗਰ ਬਾਬਾ ਜੀਵਨ ਸਿੰਘ ਵਰਗੇ ਮਨੁੱਖ, ਬਾਬਾ ਜੱਸਾ ਸਿੰਘ ਰਾਮਗੜੀਆ ਜਿਹਦਾ ਰਾਜ ਬਟਾਲੇ ਦੀ ਰਾਜਧਾਨੀ ਤੋਂ ਲੈ ਕੇ ਬੀਕਾਨੇਰ ਤੱਕ ਔਰ ਬੀਕਾਨੇਰ ਤੋਂ ਮੇਰਠ ਤੱਕ ਫੈਲਿਆ ਹੋਇਆ ਸੀ, ਉਹਦੀ ਅੱਜ ਦਿਖਾਓ ਮੈਨੂੰ ਕਿੱਥੇ ਕੋਈ ਦੇਣ ਉਹਦੀ ਦਿਖਾਓ ਮੈਨੂੰ ਕੀ ਹੈ ਸਮਾਜ ਵਾਸਤੇ। ਅਸੀਂ ਵੀ ਗਲਤ ਹੈ, ਅਸੀਂ ਵੀ ਬਹੁਤ ਗਲਤ ਕੀਤਾ ਹੈ। ਸਾਨੂੰ ਕਬਜ਼ੇ ਕਰਨੇ ਚਾਹੀਦੇ ਸੀ। ਮੈਨੂੰ ਪਤਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਜਿਹੜਾ, ਨਾ ਮੁਕਤਸਰ ਹੈ ਜਿਹੜਾ, ਇੱਥੋਂ ਲੈ ਕੇ ਅਕਾਲਗੜ੍ਹ ਤੱਕ ਜ਼ਮੀਨ ਆ ਜਿਹੜੀ, ਇਹ ਸਾਰੀ ਦੀ ਸਾਰੀ ਇਹ ਜਿਹੜੀ ਅਕਾਲ ਰੈਜੀਮੈਂਟ ਹੈ ਬਾਬਾ ਜੱਸਾ ਸਿੰਘ ਰਾਮਗੜੀਆ ਵਾਲੀ, ਇਹ ਉਹਦੀ ਸੀ ਇਹ ਸਾਰੀ। ਤੁਸੀਂ ਮੁਕਤਸਰ ਆ ਕੇ ਵੇਖੋ, ਕਿਤੇ ਤੁਹਾਨੂੰ ਨਾਈਆਂ ਦਾ ਬੰਗਾ ਮਿਲੇਗਾ, ਕਿਤੇ ਝਿਉਰਾਂ ਦਾ ਬੰਗਾ ਮਿਲੇਗਾ, ਕਿਤੇ ਤੁਹਾਨੂੰ ਦੂਜਾ ਆਪਣਾ ਮਜਬਿਆਂ ਦਾ ਬੰਗਾ ਮਿਲੇਗਾ, ਕਿਤੇ ਤੁਹਾਨੂੰ ਤਖਾਣਾ ਦਾ ਬੰਗਾ ਮਿਲੇਗਾ। ਇਹਦਾ ਮਤਲਬ ਹੈ ਕਿ ਮਾਲਕ ਤਾਂ ਤੁਸੀਂ ਗਏ ਕਿੱਥੇ? ਮਾਲਕ ਤਾਂ ਤੁਸੀਂ, ਨਹੀਂ ਤਾਂ ਬੁੰਗੇ ਅੱਜ ਤੱਕ ਕਾਇਮ ਨਾ ਰਹਿੰਦੇ। ਸਦੀਆਂ ਤੱਕ ਦੇ ਬੁੰਗੇ ਜਿਹੜੇ ਆ ਅੱਜ ਵੀ ਕਾਇਮ ਆ, ਉਹ ਨਾ ਰਹਿੰਦੇ ਇੱਥੇ। ਮਾਲਕ ਸੀ ਤੁਸੀਂ, ਆਪਣੀ ਮਲਕੀਅਤ ਛੱਡ ਕੇ ਤੁਸੀਂ ਕਿੱਥੇ ਚਲੇ ਗਏ? ਇਹ ਸਾਡੀ ਸਮਝ ਤੋਂ ਬਾਹਰ ਹੈ। ਸਾਨੂੰ ਆਪਣੇ ਆਪ ਤੇ ਵੀ ਤਰਸ ਆਉਂਦਾ ਹੈ। ਅਸੀਂ ਸਿਰ ਪਿਛਲੱਗੂ ਹਾਂ। ਸਾਨੂੰ ਗੈਰਤ ਜਿਹੜੀ ਆ ਸਾਡੀ ਮਰ ਗਈ, ਗੈਰਤ ਸਾਡੀ। ਸਾਨੂੰ ਕੋਈ ਦੂਸਰਾ ਚਲਾਉਂਦਾ ਤੇ ਜਿਵੇਂ ਉਹਦੀ ਮਰਜ਼ੀ ਆ ਉਹ ਚਲਾਉਂਦਾ। ਮੈਂ ਭਾਵੇਂ ਮੈਨੂੰ ਬੋਲਣ 'ਚ ਬਹੁਤ ਜ਼ਿਆਦਾ ਮਾਨਸਿਕ ਪੀੜਾ ਵੀ ਮਿਲਦੀ ਹੈ, ਪਰ ਮੈਂ ਸਮਾਜ ਨੂੰ ਇੱਕ ਚੀਜ਼ ਜ਼ਰੂਰ ਦੱਸਣੀ ਚਾਹੁੰਦਾ ਹੈ ਕਿ ਮੇਰੇ ਸਮਾਜ ਦੇ ਲੋਕੋ, ਕਦੇ ਤਾਂ ਅਕਲ ਤੋਂ ਕੰਮ ਲੈ ਲਓ। ਤੁਹਾਨੂੰ ਦੁਨੀਆ ਲੁੱਟ ਕੇ ਖਾ ਗਈ, ਤੁਸੀਂ ਅਜੇ ਵੀ ਨਹੀਂ ਬਦਲੇ, ਔਰ ਤੁਸੀਂ ਬਦਲਣ ਨੂੰ ਤਿਆਰ ਵੀ ਨਹੀਂ ਹੈ। ਤੁਸੀਂ ਜੋੜੇ ਝਾੜਨ ਤੋਂ ਬਿਨਾਂ ਕੋਈ ਚੰਗਾ ਕੰਮ ਨਹੀਂ ਕਰ ਸਕਦੇ। ਤਾਂ ਮੈਂ ਇਹਨਾਂ ਸ਼ਬਦਾਂ ਨਾਲ ਅੱਜ ਦੇ ਇਸ ਪ੍ਰਸੰਗ ਨੂੰ ਕੁਝ ਨਵੇਂ ਪ੍ਰਸ਼ਨ ਖੜੇ ਕਰਦਾ ਹੋਇਆ ਬੰਦ ਕਰਦਾ ਹੈ। ਜੈ ਭੀਮ, ਜੈ ਭਾਰਤ, ਨਮੋ ਬੁੱਧਾ, ਗੁਰੂ ਫਤਿਹ।